ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਹਜ਼ੂਰ ਦੀ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਕੀਰਤਨ ਦੀ ਸਮਾਪਤੀ ਭਾਈ ਸਾਹਿਬ ਜੀ ਨੇ ਸਤਿਗੁਰਾਂ ਦੇ ਇਸ ਅੰਮ੍ਰਿਤ ਬੋਲ ਨਾਲ ਕੀਤੀ ਹੈ। ਲੇਖੈ ਕਤੈ ਨਾ ਛੂਟੀਐ, ਖਿਨ ਖਿਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਜੇ ਤੁਸੀਂ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਕਰੋਗੇ, ਲੇਖੇ ਦਾ ਮਤਲਬ ਚੰਗੇ ਮੰਦੇ ਕਰਮਾਂ ਦੀ ਪੜਚੋਲ ਕਰੋਗੇ, ਤੇ ਅਸੀਂ ਆਪ ਜੀ ਕੋਲ ਪਹਿਲਾਂ ਹੀ ਸਵੀਕਾਰ ਕਰ ਲੈਂਦੇ ਹਾਂ ਕਿ ਹਿਸਾਬ ਕਿਤਾਬ ਵਿੱਚ ਅਸੀਂ ਕਦੀ ਵੀ ਨਹੀਂ ਛੁੱਟ ਸਕਦੇ। ਬਸ ਇੱਕ ਕਿਰਪਾ ਕਰੋ, ਸਾਨੂੰ ਬਖਸ਼ ਦੇਵੋ, ਕਿਉਂਕਿ ਤੁਹਾਡੀ ਬਖਸ਼ਿਸ਼ ਹੀ ਬਚਾ ਸਕਦੀ ਹੈ, ਸਾਡੇ ਕਰਮ ਸਾਨੂੰ ਨਹੀਂ ਬਚਾ ਸਕਦੇ। ਇਹ ਦੋ ਸ਼ਬਦ ਬੜੇ ਸਪਸ਼ਟ ਨੇ। ਸਾਡੇ ਕਰਮ ਕੀ ਬਚਾਉਣਗੇ ਸਾਨੂੰ, ਕਿਉਂਕਿ ਅਸੀਂ ਖਿਨ ਖਿਨ ਭੁੱਲਾਂ ਕੀਤੀਆਂ। ਅਸੀਂ ਸਰੀਰਕ ਤੌਰ ਤੇ, ਮਾਨਸਿਕ ਤੌਰ ਤੇ, ਵਿਚਾਰਾਂ ਦੇ ਤੌਰ ਤੇ ਸੂਖਮ ਰੂਪ ਵਿੱਚ ਪਤਾ ਨਹੀਂ ਕਿੰਨੀਆਂ ਕੁ ਭੁੱਲਾਂ ਰੋਜ਼ ਕਰਨੇ ਆ। ਪਰ ਜੇ ਅਸੀਂ ਪਲੜੇ 'ਚ ਪਾ ਕੇ ਕਹੀਏ ਵੀ ਸਾਡੇ ਕਰਮ, ਸਾਡੀ ਬੰਦਗੀ, ਸਾਡਾ ਸਿਸ਼ਟਾਚਾਰ, ਸਾਡਾ ਕਰੈਕਟਰ, ਸਾਡੇ ਦੈਵੀ ਗੁਣ, ਮਹਾਰਾਜ ਕਹਿੰਦੇ ਨਹੀਂ ਨਹੀਂ, ਸਾਡੇ ਕੀਤੇ ਹੋਏ ਧਰਮ ਦੇ ਕਰਮ ਵੀ ਸਾਨੂੰ ਨਹੀਂ ਛਡਾ ਸਕਣਗੇ। ਸਾਡੇ ਬੁਰੇ ਕਰਮਾਂ ਦੀ ਲਿਸਟ ਬੜੀ ਵੱਡੀ ਤਿਆਰ ਹੈ। ਲੇਖੈ ਕਤੈ ਨਾ ਛੂਟੀਐ, ਖਿਨ ਖਿਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਕੱਲ ਅਸੀਂ ਹਜ਼ੂਰ ਦੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਦੂਸਰੇ ਸ਼ਲੋਕ ਦੀ ਵਿਚਾਰ ਪ੍ਰਾਰੰਭ ਕੀਤੀ ਸੀ ਕਿ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ। ਉਸੇ ਲੜੀ ਨੂੰ ਅੱਗੇ ਵਿਚਾਰਦਿਆਂ ਹੋਇਆਂ ਅਗਲਾ ਸ਼ਲੋਕ ਜਿੱਥੇ ਆਪਾਂ ਪਹੁੰਚਣਾ ਹੈ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੂਜ ਸਨਾਈ ਹਰ ਹਰੇ ਨਾਨਕ ਨਾਮ ਅਮੋਲ। ਇਸ ਅੰਮ੍ਰਿਤ ਬਚਨ ਨੂੰ ਆਪ ਜੀ ਦੇ ਸਨਮੁਖ ਵਿਚਾਰ ਸਕਾਂ। ਆਪ ਜਿਤਨੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ੋਭਾਏਮਾਨ ਹੋ, ਅੰਦਰ ਦੀ ਇਕਾਗਰਤਾ ਸਤਿਗੁਰੂ ਸਾਨੂੰ ਬਖਸ਼ੇ। ਇਸ ਨਾ ਟਿਕੇ ਜਾਣ ਵਾਲੇ ਮਨ ਦਾ ਟਿਕਾ ਬਖਸ਼ ਦੇ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਔਰ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਦੂਸਰੇ ਸ਼ਲੋਕ ਵਿੱਚ ਇਹ ਬਖਸ਼ਿਸ਼ ਕੀਤੀ ਹੈ ਕਿ ਦੀਨਾਂ ਦੇ, ਗਰੀਬਾਂ ਦੇ ਦੁੱਖਾਂ ਨੂੰ ਤੇ ਦਰਦਾਂ ਨੂੰ ਵੰਡਾਉਣ ਵਾਲਾ, ਭੰਨਣ ਵਾਲਾ, ਤੋੜਨ ਵਾਲਾ ਆਪ ਪਾਰ ਬ੍ਰਹਮ ਪਰਮੇਸ਼ਵਰ ਹੈ। ਕੱਲ ਇਹਦੇ ਅਰਥ ਵੀ ਅਰਜ਼ ਕੀਤੇ ਤਨ। ਦੀਨ ਦਾ ਅਰਥ ਹੈ ਗਰੀਬ, ਆਤੁਰ, ਕੰਗਾਲ। ਦੀਨ ਦਰਦ ਦੁੱਖ ਭੰਜਨਾ, ਭੰਜਨਾ ਦਾ ਅਰਥ ਹੈ ਤੋੜ ਦੇਣਾ, ਖਤਮ ਕਰ ਦੇਣਾ। ਦਰਦ ਦਾ ਅਰਥ ਹੈ ਪੀੜਾ, ਚੀਸ। ਕਹਿੰਦੇ ਕਿ ਮੇਰੇ ਮਾਲਕ,
ਤੁਸੀਂ ਦੀਨਾਂ ਦੇ ਗਰੀਬਾਂ ਦੇ ਦਰਦ ਨੂੰ ਤੋੜਨ ਵਾਲੇ ਹੋ, ਦੁੱਖ ਭੰਜਣ ਵਾਲੇ ਹੋ। ਘਟ ਘਟ ਨਾਥ ਅਨਾਥ, ਘਟ ਘਟ ਵਿੱਚ ਆਪ ਜੀ ਦਾ ਵਸੇਬਾ ਹੈ। ਕੋਈ ਐਸਾ ਅੰਦਰ ਨਹੀਂ ਜਿੱਥੇ ਤੁਹਾਡਾ ਨਿਵਾਸ ਨਹੀਂ। ਤੇ ਨਾਲ ਸ਼ਬਦ ਵਰਤੇ ਉਹਨੇ ਕਿ ਜਿਸ ਬੰਦੇ ਦਾ ਕੋਈ ਵੀ ਮਾਲਕ ਨਹੀਂ, ਕੋਈ ਵੀ ਸਵਾਮੀ ਨਹੀਂ, ਕੋਈ ਵੀ ਖਸਮ ਨਹੀਂ, ਹੇ ਮੇਰੇ ਮਾਲਕ ਤੁਸੀਂ ਉਹਨਾਂ ਦੇ ਸਵਾਮੀ ਬਣ ਗਏ ਹੋ ਜਿਸ ਦਾ ਕੋਈ ਵੀ ਮਾਲਕ ਨਹੀਂ ਬਣਦਾ। ਇਹ ਅਸੀਂ ਕੱਲ ਵਿਚਾਰਿਆ ਸੀ। ਉਸ ਤੋਂ ਅਗਲੀ ਬੇਨਤੀ ਸੀ, ਸ਼ਰਨ ਤੁਮਾਰੀ ਆਇਓ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ। ਗੁਰੂ ਅਰਜੁਨ ਸਾਹਿਬ ਕਿਰਪਾ ਕਰ ਰਹੇ ਨੇ। ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਤੇ ਕੱਲ ਅਰਜ਼ ਕੀਤੀ ਸੀ, ਕੁਝ ਗੁਰਮੁਖਾਂ ਨੇ ਅਰਥ ਇਹ ਕੀਤੇ ਨੇ ਕਿ ਗੁਰੂ ਅਰਜੁਨ ਸਾਹਿਬ ਇਹ ਬਚਨ ਕਰ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਦਾ ਪੱਲਾ ਪਕੜ ਕੇ ਪ੍ਰਭੂ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰਕੇ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਓ। ਸਿਰਫ ਇੱਥੇ ਅਰਜ਼ ਮੈਂ ਇੱਥੋਂ ਹੀ ਸ਼ੁਰੂ ਕਰਨੀ ਹੈ ਕਿ ਗੁਰਮਤ ਵਿੱਚ ਸ਼ਰਨਾਗਤ ਲਫ਼ਜ਼ ਦੀ ਬਹੁਤ ਵੱਡੀ ਥਾਂ ਹੈ। ਸ਼ਰਨ ਵਿੱਚ ਪੈ ਜਾਣਾ। ਸ਼ਰਨ ਵਿੱਚ ਪੈਣ ਦਾ ਮਤਲਬ ਇਹ ਵੇ ਕਿ ਜਿੱਥੇ ਬੰਦੇ ਦੀ ਆਪਣੀ ਅਕਲ, ਆਪਣੀ ਬੁੱਧੀ, ਆਪਣੀ ਸਿਆਣਪ, ਆਪਣਾ ਬਲ, ਆਪਣਾ ਜ਼ੋਰ ਕੁਛ ਵੀ ਕੰਮ ਨਾ ਕਰੇ, ਤੇ ਗੁਰਮਤ ਨੇ ਸਭ ਤੋਂ ਵੱਡਾ ਜ਼ੋਰ ਦਿੱਤਾ ਹੈ ਕਿ ਬੰਦਾ ਮਾਲਕ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਚਲਾ ਜਾਏ। ਸ਼ਰਨ ਵਿੱਚ ਗਏ ਹੋਏ ਆਪਣੀ ਤਾਕਤ ਨਾਲ ਲੈ ਕੇ ਨਹੀਂ ਜਾਂਦੇ, ਸ਼ਰਨ ਵਿੱਚ ਗਏ ਹੋਏ ਆਪਣੀ ਸਿਆਣਪ ਨਾਲ ਨਹੀਂ ਜਾਂਦੇ। ਜਿਹੜੇ ਸ਼ਰਨ ਵਿੱਚ ਡਿੱਗ ਪੈਂਦੇ ਨੇ, ਸੱਚ ਇਹਵੇ ਉਹਨਾਂ ਦਾ ਆਪਾ ਭਾਵ ਹੈ ਹੀ ਨਹੀਂ। ਸ਼ਰਨਾਗਤ ਉਸ ਮਾਲਕ ਦੀ ਸ਼ਰਨ ਵਿੱਚ ਚਲੇ ਜਾਣ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ 'ਚ ਪਰਮੇਸ਼ਵਰ ਦੀ ਸ਼ਰਨ, ਗੁਰੂ ਦੀ ਸ਼ਰਨ, ਸਤ ਸੰਗਤ ਦੀ ਸ਼ਰਨ, ਨਾਮ ਦੀ ਸ਼ਰਨ, ਇਸ ਓਟ ਆਸਰੇ ਦਾ ਬਹੁਤ ਵੱਡੀ ਜ਼ਿਕਰ ਕੀਤਾ ਦਾਤਾਰ ਨੇ ਬਾਣੀ 'ਚ। ਜਿੱਥੇ ਠਾਕੁਰ ਦੀ ਸ਼ਰਨ 'ਚ, ਉੱਥੇ ਸਤਿਗੁਰੂ ਦੀ ਸ਼ਰਨ ਦਾ ਜ਼ਿਕਰ ਵੀ ਕੀਤਾ। ਠਾਕੁਰ ਤੁਮ ਸ਼ਰਨਾਈ ਆਇਆ। ਅਸੀਂ ਪੜ੍ਹਨੇ ਆ ਕਿ ਮਾਲਕ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਵਾਂ। ਸ਼ਰਨ ਤੁਮਾਰੀ, ਮੈਂ ਸਿਰਫ ਇਸੇ ਲਫ਼ਜ਼ ਨੂੰ ਅਰਜ਼ ਕਰਨਾ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭਸਾਤ। ਠਾਕੁਰ ਤੁਮ ਸ਼ਰਨਾਈ ਆਇਆ। ਉੱਥੇ ਸਤਿਗੁਰੂ ਨੇ ਵੀ ਸ਼ਬਦ ਵਰਤ ਲਿਆ, ਸਤਿਗੁਰ ਆਇਓ ਸ਼ਰਨ ਤੁਮਾਰੀ, ਮਿਲੇ ਸੁਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਸਤਿਗੁਰੂ। ਸ਼ਰਨ 'ਚ ਜਦੋਂ ਕੋਈ ਪੈ ਜਾਂਦਾ ਹੈ, ਸੱਚ ਇਹਵੇ ਫਿਰ ਸ਼ਰਨ ਪਾਲਕ ਜਿਹੜਾ ਹੈ ਜਿਹਦੀ ਸ਼ਰਨ 'ਚ ਪਿਆ, ਉਹ ਉਸ ਸ਼ਰਨ ਪੈ ਡਿੱਗੇ ਹੋਏ ਦੀ ਲਾਜ ਜ਼ਰੂਰ ਰੱਖਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਇੱਕ ਦੋ ਪ੍ਰਮਾਣ ਮੈਂ ਜ਼ਰੂਰ ਹੋਰ ਅਰਜ਼ ਕਰਨਾ ਚਾਹੁੰਦਾ ਵਾਂ। ਕੱਲ ਅਸੀਂ ਇੱਕ ਸ਼ਬਦ ਵਰਤਿਆ ਸੀ, ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸ ਹੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਸ ਹੈ। ਭਗਤ ਸਾਧਨਾ ਜੀ ਦੇ ਇਹ ਅੰਮ੍ਰਿਤ ਬੋਲ ਨੇ। ਇਸ ਵਿੱਚ ਉਹਨਾਂ ਨੇ ਇਹ ਬੇਨਤੀ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ ਜੀ ਆਮ ਤੌਰ ਤੇ ਕਰਮ ਕਾਂਡ ਕਰਨ ਵਾਲੇ ਇਹ ਸ਼ਬਦ ਕਹਿੰਦੇ ਨੇ ਕਿ ਤੂੰ ਜਿੱਥੇ ਮਰਜ਼ੀ ਚਲਾ ਜਾ, ਤੇਰੇ ਕੀਤੇ ਹੋਏ ਕਰਮਾਂ ਦੀ ਸਜ਼ਾ ਤੈਨੂੰ ਜ਼ਰੂਰ ਮਿਲੇਗੀ, ਤੈਨੂੰ ਕਰਮ ਭੋਗਣੇ ਪੈਣਗੇ, ਚ ਕੋਈ ਸ਼ੱਕ ਨਹੀਂ। ਮੇਰੀ ਬੇਨਤੀ ਹੈ, ਗੁਰਬਾਣੀ ਨੇ ਇਸ ਗੱਲ ਤੇ ਬੜੀ ਦ੍ਰਿੜਤਾ ਨਾਲ ਕਿਹਾ। ਜਿਵੇਂ ਅਸੀਂ ਇਹ ਬਚਨ ਪੜ੍ਹਨੇ ਆ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਬਾਬਾ ਫਰੀਦ ਸਾਹਿਬ ਦਾ ਸ਼ਬਦ ਕਿ ਲੋੜਾਂ ਦਾਖ ਬਜੂਰੀਆਂ, ਕਿੱਕਰ ਬੀਜੈ ਜੱਟ, ਖੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਇਹਦਾ ਮਤਲਬ ਕਿ ਜੇਹਾ ਬੀਜੈ ਸੋ ਲੁਣੈ, ਕਰਮਾ ਸੰਦਰਾ ਖੇਤ। ਹੁਣ ਬੰਦੇ ਨੇ ਜ਼ਿੰਦਗੀ 'ਚ ਗੁਨਾਹ ਬੜੇ ਕਰ ਲਏ, ਪਾਪ ਬੜੇ ਕਰ ਲਏ। ਹੁਣ ਉਹਦੇ ਜ਼ਿੰਦਗੀ 'ਚ ਇੱਕ ਪਛਤਾਵਾ ਪੈਦਾ ਹੋਇਆ, ਅਹਿਸਾਸ ਪੈਦਾ ਹੋ ਗਿਆ ਕਿ ਜੋ ਕੁਝ ਮੈਂ ਕਰਮ ਕਰਦਾ ਰਿਹਾ, ਇਹ ਕਰਮ ਸਾਡੇ ਮਾੜੇ ਸਨ। ਹੁਣ ਉਸ ਪਛਤਾਵੇ ਨੇ ਉਹਨੂੰ ਗੁਰੂ ਦੇ ਨੇੜੇ, ਪਰਮਾਤਮਾ ਦੇ ਨੇੜੇ, ਸ਼ਬਦ ਦੇ ਨੇੜੇ, ਬਾਣੀ ਦੇ ਨੇੜੇ ਲੈ ਆਂਦਾ। ਹੁਣ ਉਹਦੇ ਪਾਪ ਕਰਮਾਂ ਨੂੰ ਦੇਖ ਕੇ ਉਹਨੂੰ ਇਹ ਕੋਸੀ ਜਾਈਏ ਕਿ ਤੂੰ ਜਿੰਨਾ ਮਰਜੀ ਗੁਰਦੁਆਰੇ ਆ ਜਾ, ਜਿੰਨਾ ਮਰਜੀ ਤੂੰ ਆਹ ਕਰ ਲੈ, ਜਿਹੜੇ ਪਾਪ ਤੂੰ ਕੀਤੇ ਨੇ ਤੈਨੂੰ ਸਜ਼ਾ ਭੁਗਤਣੀ ਪਏਗੀ,
मैं बेनती करना, कोई शक नहीं कि मंदे कर्मां की सदा का जिक्र गुरु ग्रंथ साहिब जी ने किया है, पर जदों कोई जिउंदे जी परमात्मा गुरु की शरण विच पै जाए, सच एवे शरण पालक वैगुरु अपने शरण विच आए होए दे पाप भी खत्म कर देंदा है। वो कर्म नहीं फिर गिनता। जिवें असीं गुरु ग्रंथ साहिब च एक बचन पढ़ने कि काम क्रोध मोह वस किया, किरपन लोभ प्यार, ये सारे माड़े कर्म ने। काम विच क्रोध विच अधीन होके बंदे पाप कीते। काम क्रोध मोह वस किया, किरपन लोभ प्यार, चारे किल विक उन अग किए होवा असुर संघार। बज्जर तो बज्जर पाप जिंदगी च कीता, केड़ा पाप कर्म है जिहड़ा नहीं कीता। होवा असुर संघार, पोथी गीत कबित किच कदे ना करन धरिया। इत्थे पोथी गबित गीत जां कबित इहदा मतलब ये वे कि रूहानीयत नाल जुड़े होए किसी ग्रंथ का पाठ ही नहीं किया, ना पोथी तो शब्द पढ़िया, ना प्रभु दे गीत गाए, ना उहदी सिफत दे कोई शब्द बोले। सारी जिंदगी पापां विच प्रवृत्त रहा। पर गुरु साहिब दे घर विच इन्नी वड्डी वडियाई, पोथी गीत कबित किच कदे ना करन धरिया, चित आवे ओस पार ब्रह्म तां निमक सिमरत धरिया। पाप किन्ने ने ते सिमरन किन्ना है। इत्थे लफ्ज़ सतगुरां ने देखो, फिर ध्यान नाल सुनियो, चारे किल विक ऊन अग किए शब्द वरते है, काम क्रोध मोह वस किया वरते है, ते इत्थे लफ्ज़ वरते है निमख। इहदा मतलब बंदगी दे निमख विच इन्नी ताकत है कि जिहड़ी करोड़ां जन्मां दे कीते हुए पाप कर्मां विच नहीं, निमख दी बंदगी भी बंदे दे करोड़ां जन्मां दे पाप खत्म कर दिंदी है। इहदे च शक्ति है नाम च। पर इहदा अर्थ निमख दा मेरी बेनती है, जिस दिन किनके दे अर्थ कीते सन, निमख दा अर्थ ये नहीं करना भी मैं एक बारी वाहिगुरू कह दिता हुण खंडन उदू बाद फिर पाप। निमख दा अर्थ है कि उस तो बाद जिन्ना भी समा वाहिगुरू ने दिता, कोई निमख ऐसा नहीं जिहड़ा बंदगी तो खाली गया होवे। निमख दे अर्थ ये नहीं करने जिवें असीं आपां कहता एक निमख, नहीं नहीं, जिवें असीं पाठ करने ना जी, एक महाराज जी का एक बार जिन तुम्हें संभारा काल फांसते तां उभारा, आपां कहांगे असीं तां किन्नी वारी वाहिगुरू वाहिगुरू कह दिता। गुरु गोबिंद सिंह तां एक बार कह के गए, पर उस एक बार का अर्थ ये इकाई की शुरुआत है। जिमें एक किणका विस्तार करता है, एक निमख ही तां साडी जिंदगी की जिहड़े समय की गिनती है, उसकी सब तो पहली इकाई जिहड़ी निमख है। सकिंट नहीं सी शब्द वरदे, चलो बाणी च निमख है। जिमें एक बार मर्ज की सी, अख दे 15 फोर एक विसा बनता है, 15 विसे होण ते एक चसा बनता है, 30 चसे इकट्ठे होण ते एक पल बनता है, 60 पल इकट्ठे हो जान ते एक घड़ी बनती है, 7.5 घड़ियां इकट्ठियां करो तो एक पैर बनता है, 8 पैर इकट्ठे हो जान ते दिन ते रात बनता है, 7 दिन होण ते एक हफ्ता बन जाता है। इसे तरह महीने साल, पर समय की सब तो छोटी पहली इकाई है निमख। हुण इस निमख लफ्ज नूं असीं निमख एक बार का अर्थ एक बारी बोलना नहीं, केवल सच एवे एक बार इहो जिहा सिमरन किया जाए कि जिंदगी विच दोबारा परत के उहदी याद विसरे ही ना। ये अर्थ ये नहीं एक बार कह दिता बाद जाके। जेड़े सच्ची गल जेड़े इस तरह करते उन्होंने बाणी ने बड़ा सुचेत किया। जिमें उदाहरण के तौर पर एक बंदा पाप करता है, जान बुझ के कर रहा है, पर उन्होंने ये भी पता है भी जिस बंदे ते धर्म ते मेरी आस्था है, जिस अस्थान ते मेरी आस्था है, उत्थे बैठा हुआ इंसान कहता कोई गल नहीं, तू पाप जिन्ने मर्जी कर, पर साल बाद मैनू जरूर मिल लिया कर। ये कई डेरे ऐसे ने, चलो मैं ना नहीं उन्हों का लेंदा, उन्होंने बकायदा कार्ड बने हुए ने और रिन्यू किए जाते हैं, तेरे पिछले पापां उत्ते साइन कर दिता, कोई नहीं चल तू माया जरूर लैके इत्थे आ जी। ये असल च गुरु ग्रंथ साहिब जी ने कहा, ये अज की गल नहीं, पाप करें पंचां के बस रे, तीर्थ नहाए कहें सब उतरे। पंजां वकारां दे अधीन पाप किया, तीर्थ इशनान करके कह दिता तेरे सारे उतर गए। हुण उस बंदे नूं बन जाता भरोसा। अज भी मैं बेनती करांगा, जिहड़ा बंदा लफ्जी तौर पर लोगों को बहुत प्रभावित कर जाता है ना,
कई वारी की हुंदा बंदा कुराए पांदियां भी खिन नहीं लांदा, इन्नी को अन्नी शरदा बना लेने आ, उहदे कहण ते आपां कुराए भी पैण नूं तैयार हो जाने, क्योंकि बंदे नूं विचारां नाल इन्ना जकड़ लैंदा। हजूर ने फरमाया पाप करें पंचां के बसरे, तीर्थ नहाए कहें सब उतरे। तीर्थ नहा के सब उतरे, कह दिता उतर गया पाप, तेरा हुण पाप कोई रहा ही नहीं। बौर कमावै होए निसंक, हुण तां धर्म ने स्टैंप ला दी भी कोई नहीं साल बाद आ जी, शंका रहे तू डर ही कोई नहीं। बौर कमावै होए निसंक, जामपुर बांध खरे कालंक। महाराज कहते तेरे ते मत्थे ते कलंक लगेगा जदों तेनू परमात्मा की दरगाह च पूछा गया। पर मैं फिर भी बेनती करांगा कि एक निमख जिहड़ा है, उस निमख का अर्थ उदों बाद जिन्नी जिंदगी है वो सारी परमात्मा की याद विच बतीत हुई। इसे करके जदों असीं एक शब्द पढ़ने हाँ कि जैसा बालक भाए सुभाई, लख अपराध कमावै कर उपदेश झिड़कै बहु भांति। लखां बच्चे ने गुनाह किते, अपराध किते, पिता ने उन्होंने झिड़क दिता, तो महाराज कहते झिड़क के कई भांतां नाल उहनूं समझांदा है, कई तरीके वरतदा है। कदी झिड़क लैंदा है, कदी प्यार कर लैंदा है, कदी उहनूं लाड करन लग पैंदा है, कदी कोई खाण दी चीज़ लैंदा है। सच्ची गल वो तरीके ने ना, भी किसी तरीके बाप का मकसद ये नहीं कि अपने बच्चे नूं यातना दे के उन्होंने खुशी मिलती है, वो झिड़कदा भी इस करके वे कि इहदी जिंदगी चंगी बन जाए। मैं कहना जदों साडे ते किते दुख आउंदा है ना, गुरु की झिड़क भी उन्होंने वजदी है जिन्हां नूं गुरु प्यार करता होवे, दूजे नूं झिड़क कित्थे वजदी। सीधी जी गल जी, जेड़ा बच्चा घर चों आकी हो जाए, बागी हो जाए, मापे भी उन्होंने पूछना, उन्होंने बुलाना, इत्थों तक उन्होंने झिड़कना छड़ देंदे ने। प्यारिओ जिन्हों प्यार होवे झिड़किया भी उन्होंने जांदा है। गुरु नानक साहब तां कहंदे ने वाहिगुरू जी तुसी भावें झिड़को ते भावें प्यार करो, कहते धक्का मारो तो भावें तुसी धीरज दिओ। फिर सुनियो, धक्का मारोगे तां भी मेरी पिठ उत्ते तुहाडा हथ छूहना है, ते जे थापड़ा दोगे तां भी हथ छूहना है। जिस तरीके नाल हथ लग गया मेरा पार उतारा होवेगा ही होवेगा, तेरी झिड़क विच भी मैनूं सुख है। फिर मैं बेनती करांगा निमख दा अर्थ, उस तो बाद कोई समा ऐसा नहीं। कर उपदेश झिड़कै बहु भांति, बौड़ पिता गल आवै। अगे बचन ने पिछले अवगण बख्श लै प्रभ। ये तीर्थ वाली गल नहीं कि बौर कमावै होए निसंक, उत्थे क्या तीर्थ ते बौर कमावै होए निसंक कर जाओ मर्जी। इत्थे महाराज कहते पिछले अवगण बख्श लै प्रभ, आगे मार्ग पावे। निमक दा अर्थ आगे मार्ग पावे। बेनती करांगा कि सतगुरु कहते मैं तुहाडी शरण च आया। भगत सदना जी का सी शब्द लिया सी, ठीक है उन्होंने दे कर्म ऐसे सन, पर जदों सिमरन वाल तुर पे, बंदगी वाल तुर पे, तो एक कोई पता नहीं जे प्यारिओ। मैं कहना उन्ना कोई सिद्धांत थोड़ा है। हुण चलो असीं कह देने आ सिद्धांत है जी, जे सिद्धांत ना रब मिलदा हुंदा ते लोकी पढ़ के किन्नी देर दे पा जांदे। मैं फिर ध्यान दिया जी, सिद्धांत शब्द मैं नहीं इन्ना कोई वरदा भी चलो जो मर्यादा साडी बनाई है भी इस ढंग नाल चलना है। रब नूं पाण दा किहड़ा सिद्धांत है? जे सिद्धांतां नाल फिलासफियां नाल मंथन करके मिलदा ते सिद्धांतवादी सारे पा जांदे। उत्थे सिद्धांत किहड़ा लागू हुंदा? सिद्धांत तां कहंदा भी जिन्हें 40 साल तपस्या कीती है, पढ़ाई कीती है, डिग्री उन्होंने मिलेगी। सिद्धांत यही कहता है भी जिन्हें एक दिन स्कूल नहीं गया उन्होंने कुछ नहीं मिलना, अनपढ़। पर गुरु ग्रंथ साहब कहते हैं जिहड़ा 40 साल जागदा रहा है वह सौ जाता है, तो जिहड़ा 40 साल सुता रहिंदा रब उन्होंने जगा दिंदा है। उत्थे किहड़ा सिद्धांत काम करेगा? फिर बेनती है इनू फिर सुनियो ध्यान नाल, क्योंकि असी सिद्धांतां नूं अपने लफज जे चुनी बैठे हाँ। स्पिरिचुअलिटी ते किहड़ा सिद्धांत लागू हुंदा है बई? किहड़े सिद्धांत नाल रब नूं पाया जांदा? किहड़ी जुगत नाल मिलदा है? ठीक है गुरमुख महापुरखा ने क्या अपने अंदर नूं तू चुका, पर गुरु ग्रंथ साहब की बाणी ने बड़े स्पष्ट शब्द कहे ने, एक जगंदे ना लहन एक सुत्तियां दे उठाल। जागदा नहीं ला सकिया, सुत्ते नूं उठाल के किरपा कर दी। फिर मैं बेनती करांगा उन्हां चलो पाप कर्म कीते, पर जदों रूहानीयत वाल चल पे, प्रभु की शरण विच आ गए, तो सो काल्ड जिहड़े ज्ञानी सन, जिहड़े तथा कथित बुद्धिजीवी सन, जिहड़े अपने आप नूं महान पंडित
ਤੇ ਸੱਚ ਇਹ ਵੇ ਰੱਬ ਦੇ ਘਰ ਦੀ ਚਾਬੀ ਕਹਿੰਦੇ ਸਨ ਸਾਡੀ ਜੇਬ 'ਚ। ਉਹਨਾਂ ਕਿਹਾ ਤੈਨੂੰ ਰੱਬ ਪਰਮਾਤਮਾ ਨਹੀਂ ਬਖਸ਼ਣਾ, ਤੇਰੇ ਜਿਹੜੇ ਕਰਮ ਨੇ ਤੇਰੇ ਕਰਮ ਕਰਤੂਤ ਕਰਕੇ ਸਜ਼ਾ ਮਿਲੇਗੀ। ਫਿਰ ਉੱਥੇ ਭਗਤ ਜੀ ਦਾ ਸ਼ਬਦ ਅਸੀਂ ਥੋੜਾ ਜਿਹਾ ਪੜ੍ਹ ਲੈਂਦੇ ਹਾਂ। ਉਹ ਸ਼ਬਦ ਕਹੇ ਨ੍ਰਿਪ ਕੰਨਿਆ ਕੈ ਕਾਰਨੇ ਇੱਕ ਭਇਆ ਭੇਖ ਧਾਰੀ, ਕਾਂ ਮਾਰਤੀ ਸਵਾਰਥੀ ਵਾਕੀ ਪੈ ਸਵਾਰੀ। ਚਲੋ ਇਸ ਕਹਾਣੀ ਸਾਖੀ 'ਚ ਨਹੀਂ ਜ਼ਿਆਦਾ, ਪਰ ਫਿਰ ਵੀ ਸਾਨੂੰ ਅਰਥ ਕਰ ਲੱਗਿਆ ਤਾਂ ਸਮਝ ਨਹੀਂ ਪਏਗਾ ਵੀ ਕੀ ਸੀ ਸਾਰੀ ਗੱਲ, ਕਿਉਂਕਿ ਕਈ ਵਾਰੀ ਸਾਡੇ ਸੱਜਣ ਨਹੀਂ ਸੁਣ ਸਕਦੇ ਇਹ ਗੱਲਾਂ, ਕਿਉਂਕਿ ਉਹਨਾਂ ਨੂੰ ਲਫ਼ਜ਼ਾਂ ਤੋਂ ਹੀ ਥੋੜੀ ਜਿਹੀ ਅੰਦਰੋਂ ਹੋ ਜਾਂਦਾ। ਜਿਵੇਂ ਹੁਣ ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੈ ਕਰ ਆਇਆ, ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਹੁਣ ਇਹ ਜਦੋਂ ਅਸੀਂ ਪੜ੍ਹਨੇ ਆ, ਰੋਵੈ ਦਹਿਸ਼ਤ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਵਾਏ। ਹੁਣ ਇਹ ਸਾਰੇ ਦੇ ਸਾਰੇ ਸ਼ਲੋਕ ਦੀ ਕਥਾ ਕਰ ਲੱਗਿਆ। ਪਹਿਲਾਂ ਤੇ ਸਾਰੀ ਸਾਨੂੰ ਹਿੰਦੂਇਜ਼ਮ ਦੇ ਉਹ ਪਾਤਰ ਪੜ੍ਹਨੇ ਪੈਣੇ ਨੇ ਜਿਨ੍ਹਾਂ ਦਾ ਨਾਂ ਗੁਰੂ ਨਾਨਕ ਸਾਹਿਬ ਨੇ ਲਿਆ। ਉਹ ਤੋਂ ਅਜੇ ਸਰੋਵੈ ਭੀਖਿਆ ਖਾਏ ਦੇ ਅਰਥ ਕਿਹੜੀ ਭੀਖਿਆ ਖਾ ਕੇ ਰੋਇਆ? ਸਹੰਸਰ ਦਾਨ ਇੰਦਰ ਨੂੰ ਕਿਹੜਾ ਹੋਇਆ ਤਾਂ ਉਹ ਰੋਇਆ? ਪਰਸਰਾਮ ਰੋਵੈ ਕਰਾਇਆ, ਪਰਸਰਾਮ ਕਿਉਂ ਰੋਇਆ? ਮੈਂ ਬੇਨਤੀ ਕਰਾਂਗਾ ਥੋੜਾ ਜਿਹਾ ਵਿਸ਼ਾਲ ਹੋ ਕੇ ਗੁਰਬਾਣੀ ਦੀ ਜਿਹੜੀ ਸਟੱਡੀ ਹੈ, ਗੁਰਬਾਣੀ ਦੀ ਜਿਹੜੀ ਤਾਲੀਮ ਹੈ, ਉਹਨੂੰ ਸੰਕੀਰਨਤਾ ਦੀ ਐਨਕ ਲਾ ਕੇ ਕਦੀ ਨਾ ਪੜਿਓ, ਨਹੀਂ ਤੇ ਅੰਦਰ ਸੁੱਕ ਜਾਏਗਾ। ਜਦੋਂ ਵੀ ਬਾਣੀ ਪੜ੍ਹਨੀ ਹੈ ਗੁਰਮੁਖੋ, ਇਹ ਮੱਥਾ ਟੇਕ ਕੇ ਪੜ੍ਹਨ ਲੱਗਿਆ ਇੱਕ ਸ਼ਬਦ ਜ਼ਰੂਰ ਵਰਤਿਆ ਕਰੀਏ। ਮੈਂ ਚਲੋ ਸਟੇਜ ਤੇ ਅੱਜ ਕਹਿੰਦਾ ਮੈਂ ਅਕਸਰ ਕਥਾ ਕਰ ਲੱਗਿਆ, ਭਾਵੇਂ ਮੰਗਲ ਨਾ ਕਰਾਂ, ਪਾਠ ਕਰਦਿਆਂ ਮੰਗਲ ਨਾ ਕਰਾਂ, ਪਰ ਮੈਂ ਇੱਕ ਸ਼ਬਦ ਜ਼ਰੂਰ ਅੰਦਰ ਆਤਮੇ ਕਹਿ ਦੇਣਾ, ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ। ਇਸ ਤਰ੍ਹਾਂ ਬਾਣੀ ਪੜ੍ਹੀਏ। ਜੇ ਆਪਣੀ ਮਤ ਜ਼ਿਆਦੀ ਲੈ ਕੇ ਤੇ ਅਸੀਂ ਬਾਣੀ ਪੜਾਂਗੇ, ਅਸੀਂ ਭਟਕਾਂਗੇ। ਥੋੜੀ ਮਤ ਲੈ ਕੇ ਸਮਰੱਥ ਦੀ ਸਿਫਤ ਕਰਾਂਗੇ ਤੇ ਜ਼ਰੂਰ ਕੋਈ ਸਮਝ ਪਾਏਗੀ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ, ਹੁਣ ਉਹਦੇ ਵਿੱਚ ਜਦੋਂ ਪੜ੍ਹਨੇ ਆ, ਇੱਕ ਦਿਨ ਉੱਥੇ ਗੱਲ ਚੱਲੀ ਜੀ, ਇਹ ਕੀ ਜਿਹੜੀਆਂ ਵਿੰਦੇ ਹੁੰਦੇ ਨੇ ਜੀ, ਰਾਸ਼ੀਆਂ ਜਿਹੜੀ ਕੰਨਿਆ ਦੂਜੀ ਤੀਜੀ ਹੈ ਨਾ, ਉਹ ਕਹਿੰਦੇ ਦੇਖੋ ਜੀ ਫਲਾਣੀ ਰਾਸ਼ੀ ਵਾਲਾ। ਮੈਂ ਕਿਹਾ ਵੀ ਜਦੋਂ ਅਸੀਂ ਬਾਬੇ ਨਾਨਕ ਦਾ ਸ਼ਲੋਕ ਪੜ੍ਹਦੇ ਹਾਂ, ਰਾਮ ਤੇ ਰਾਵਣ ਦੀ ਰਾਸ਼ੀ ਇੱਕੋ ਹੀ ਹੈ। ਉਹ ਵੀ ਰਾਰੇ ਤੋਂ ਸ਼ੁਰੂ ਹੁੰਦਾ, ਉਹ ਵੀ ਰਾਰੇ ਤੋਂ ਸ਼ੁਰੂ ਹੁੰਦਾ, ਰੋਂਦੇ ਦੋਨੋਂ ਪਏ। ਮੇਰੀ ਬੇਨਤੀ ਹੈ, ਜਿੰਨੇ ਸੀਤਾ ਆਂਦੀ ਉਹ ਵੀ ਰੋਈ ਜਾਂਦਾ ਹੈ, ਜਦੋਂ ਸੀਤਾ ਗਵਾਚ ਗਈ ਉਹ ਵੀ ਰੋਈ ਜਾਂਦਾ। ਫਿਰ ਧਿਆਨ ਨਾਲ ਪੜੋ, ਮਹਾਰਾਜ ਨੇ ਕਿਹਾ ਜਿਨ ਸੀਤਾ ਆਂਦੀ ਡੋਰੂ ਵਾਏ, ਰੋਵੈ ਦਹਿਸ਼ਰ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਵਾਏ। ਤੇ ਦੂਜੇ ਪਾਸੇ ਕਹਿੰਦੇ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਬਚੜ ਗਏ। ਜਿਹੜਾ ਚੁਰਾ ਕੇ ਲਿਆ ਉਹ ਵੀ ਕਲਪੀ ਜਾਂਦਾ ਹੈ, ਜਿਹਦੇ ਘਰੋਂ ਚੋਰੀ ਹੋਵੇ ਉਹ ਹੀ ਕਲਪੀ ਜਾਂਦਾ। ਬਾਬਾ ਜੀ ਕਹਿੰਦੇ ਖੇਡ ਹੈ ਕੈਸੀ। ਖਰ ਮੈਂ ਪ੍ਰਕਰਨ ਨੂੰ ਵਧਾਵਾਂ ਨਾ, ਖਲਾਰਾ ਨਾ। ਹੁਣ ਰਿਪ ਕੰਨਿਆ ਕੈ ਕਾਰਨ ਹੈ ਇੱਕ ਭਇਆ ਭੇਖ ਤਾਰੀ। ਕਹਾਣੀ ਹੈ, ਸਾਖੀ ਹੈ ਕਿ ਕਿਸੇ ਪਖੰਡੀ ਨੇ ਰਾਜੇ ਦੀ ਬੇਟੀ ਨੂੰ ਵਰਨ ਲਈ ਵਿਸ਼ਨੂੰ ਜੀ ਦਾ ਸਾਂਗ ਰਚਿਆ ਸੀ। ਇਹ ਸਾਰੇ ਟੀਕਾਕਾਰੇ ਮੰਨਦੇ ਨੇ, ਪਰ ਆਮ ਤੌਰ ਤੇ ਇਹ ਗੱਲਾਂ ਨਹੀਂ ਸੁਣਾਈਆਂ ਜਾਂਦੀਆਂ ਅੱਜ। ਇਹਦਾ ਕਾਰਨ ਹੈ ਕਿਉਂਕਿ ਸਰੋਤਾ ਜਿਹੜਾ ਉਹ ਚਾਹੁੰਦਾ ਮੈਂ ਕੁਝ ਉਹ ਸੁਣਾ ਜਿਹੜੇ ਮਨ ਦੇ ਪਹਿਲਾਂ ਮੇਰੇ ਖਿਆਲ ਬਣੇ ਹੋਏ ਨੇ। ਹੁਣ ਉਹਨੇ ਭੇਖਚਾ ਕੀਤਾ, ਉਹਨੇ ਕਹਿਤਾ ਮੈਂ ਜੀ ਅਵਤਾਰ ਹਾਂ ਵਿਸ਼ਨੂੰ ਦਾ। ਰਾਜੇ ਦੀ ਬੇਟੀ ਵਰ ਲਈ, ਉਹਦੇ ਤੇ ਹਮਲਾ ਹੋ ਗਿਆ। ਮੈਂ ਸੰਖੇਪ ਜੀ ਬੇਨਤੀ, ਰਾਜੇ ਨੇ ਕਿਹਾ ਮੈਨੂੰ ਪਰਵਾਹ ਹੀ ਨਹੀਂ, ਮੇਰਾ ਤਾਂ ਦਮਾਦ ਭਗਵਾਨ ਹੈ। ਉਹਨੇ ਫਿਰ ਕਿਹਾ ਮੈਨੂੰ ਹੁਣ ਬਚਾ। ਹੁਣ ਉਹ ਸੀ ਕਾਮੀ, ਉਹ ਸੀ ਸਵਾਰਥੀ, ਉਹ ਸੀ ਪਖੰਡੀ। ਭਗਤ ਸਦਨਾ ਜੀ ਦੇਖੋ ਕਿਸ ਪੱਧਰ ਤੇ ਜਾ ਕੇ ਰੱਬ ਦੇ ਚਰਨਾਂ 'ਚ ਬੇਨਤੀ ਕਰਦੇ ਨੇ, ਵਾਹਿਗੁਰੂ ਮੈਂ ਪਾਪ ਕੀਤੇ, ਮੈਂ ਗੁਨਾਹ ਕੀਤੇ, ਮੈਂ ਸੱਚੀ ਮੁੱਚੀ ਹੁਣ ਦਿਲੋਂ ਤੇਰੀ ਸ਼ਰਨ 'ਚ ਆਇਆ, ਪਰ ਤੇਰੇ ਨਾਂ ਤੇ ਤਾਂ ਇੱਕ ਪਖੰਡੀ ਨੇ ਇੱਕ ਰਾਜੇ ਦੀ ਬੇਟੀ ਨੂੰ ਨ੍ਰਿਪ ਕੰਨਿਆ ਕੈ ਕਾਰਨ। ਨ੍ਰਿਪ ਦਾ ਅਰਥ ਹੈ ਰਾਜਾ। ਰਾਜੇ ਦੀ ਬੇਟੀ ਨੂੰ ਵਿਆਹਣ ਲਈ ਇੰਨਾ ਪਖੰਡ ਕੀਤਾ ਤੇ ਤੂੰ ਉਹਦੀ ਖਾਤਰ ਵੀ ਆਪਣੀ ਖੇਡ ਵਰਤਾ ਕੇ ਆਪਣੇ ਨਾਮ ਦੀ ਲਾਜ ਰੱਖ ਲਈ, ਭਾਵੇਂ ਉਹ ਪਖੰਡੀ ਨੇ ਪਖੰਡ ਕਰਕੇ ਤੇਰਾ ਨਾਮ ਜੋੜਿਆ ਸੀ। ਫਿਰ ਸੁਣਿਓ ਮੇਰੀ ਬੇਨਤੀ ਨੂੰ, ਇੱਕ ਪਖੰਡੀ ਪਖੰਡ ਕਰਕੇ ਵੀ, ਜੋ ਨੇ ਕਿਹਾ ਮੈਂ ਵਿਸ਼ਨੂੰ ਭਗਵਾਨ ਖਾਂ, ਪਰਮਾਤਮਾ ਨੇ ਕਿਹਾ ਨਾਮ ਤਾਂ ਮੇਰਾ ਵਰਤਿਆ ਗਿਆ, ਸ਼ਬਦ ਮੇਰੇ ਨੂੰ ਵਰਤਿਆ। ਕਹਿੰਦੇ ਕਿ ਪ੍ਰਭੂ ਤੂੰ ਇੱਕ ਕਮਾਰਤੀ ਸਵਾਰਤੀ ਵਿਸ਼ਈ ਬੰਦਾ, ਉਹਦੀ ਖਾਤਰ ਵੀ ਆਪਣੀ ਖੇਡ ਵਰਤਾ ਦਿੱਤੀ, ਪਰ ਮੈਂ ਤੇਰੀ ਸ਼ਰਨ 'ਚ ਆਇਆ ਵਾਂ। ਜੇ ਤੇਰੀ ਸ਼ਰਨ 'ਚ ਆ ਕੇ ਵੀ ਪਾਪਾਂ ਦਾ ਨਾਸ਼ ਨਹੀਂ ਹੋਣਾ, ਹੁਣ ਮੈਨੂੰ ਦੱਸ ਮੈਂ ਕਿਹੜੀ ਥਾਂ ਤੇ ਜਾਵਾਂ। ਸ਼ਰਨ ਤੁਮਾਰੀ ਆਇਓ
नानक के प्रभुसा जिथे मैं बोल रही महाराज कहते नृप कन्या का कारण एक भया भेख तारी काम आरती सवारती वाकी पै सवारी तब गुण कहा जगत गुरा हे जगत दे गुरु परमात्मा तेरे की गुण बयान करा तब गुण कहा जगत गुरा जो कर्म ना नाश है जे मेरे कीते हुए कर्मा ने नाश नहीं होना फिर तेरा परोपकार तेरे गुण की सिंह शरण कत जाइए जे शेर दी शरण विच कोई चला जाए तो एक लफ्ज भगत जी ने वरत्या जंबुक जंबुक दा अर्थ हुंदा गिद्दड़ कहते ने जे शेर दी शरण विच जाके भी गिद्दड़ भबकियां तो डरी जाना है पर मैनू इन्ना गलत दस फिर शेर किनू क्या जाता इहदा मतलब जे प्रभु तेरी शरण विच पै के भी यही डर सताई जाता है यही खाई जाता है मेरे कर्मां दी सजा मिलेगी फिर तेरी शरण दी करामात की है। फिर बेनती सुनियो शेर दी शरण विच खलो के गिद्दड़ डराई जाए फिर मैं कई सोचना भी भगत सदना जी किड्डे कमाल दे बचन कह जी ये पहले शब्द पढ़ के इंज लगता जिवें लड़दे पे जे बंदे नूं विगाड़ दे तेरा की फायदा अखीर ते तुसीं पढ़ियो किड्डी निमरता जी कहते शेर कोल जाके गिद्दड़ डरांदा है ते शेर दा फायदा की जे तेरे कोल आके भी ये डराई जाता है विद्वान तेन कोलू च पीड़िया जाएगा तेनू आगे सट्टणगे तेनू फलानी थां सट्टणगे मैनू तो डरा डरा के मार दिता फिर मैनू दस तेरे नाम की शरण किनू कहिंदे आ। तब गुण कहा जगत गुरा जो कर्म ना नास है सिंह शरण कत जाइए जो जंबुक ग्रास है एक बूंद जल कारने चातुक दुख पावे एक पिपिया एक बूंद नूं सहकदा तरसदा इहदा मतलब कि भगत साहब गुरु ग्रंथ साहिब च ना जी मरण तो बाद तो चलो उहदी खेड है किस तरह समाना है किवें होना है पर सच है वे गुरु ग्रंथ साहिब का शब्द तो नगदो नगद धर्म है। मरण तो बाद किन्ने देखा जो कुछ है जिउंदियां अज्जू इसे जन्म च इसे करके बाणी च बहुत जरूर दिता गया कि खेती करो नबेरा इसे जन्म च लेखे जोखे मुक जान कहत कबीर सुनोरे संतो खेती करो नबेरा यदा मतलब इसे जन्म च बौर हम काहे आवेंगे मुवे कोई जो मुक्त दोगे मुक्त न जाने कोयला जिउंदियां ली लफ्ज वरते। फिर मैं बेनती करांगा वो कहंदे ने चातरक विचारा मर जाता है पिया पिया कूकदा दो बूंदा मूँह च पा जाए ज्यों पेगा पर कहंदे वो मर गया ते मरण तो बाद सवांती बूंदा नाल समुंदर भरिया गया कहन लगे की करना है उन्हें मरण तो बाद समुंदर नूं पानी दे खजाने नूं जे जिउंदियां नूं बूंद नहीं मिली तां एक बूंद जल कारण है ये सारा कंसैप्ट शरण दा है एक बूंद जल कारण चातरक दुख पावे प्राण गए सागर मिले फुन काम ना आवे मरण तो बाद समुंदर पैदा हो जाए की करांगे। अगला बचन है प्राण जो थाके थिर नहीं कैसे बरमाऊं मेरा अंदर किवें टिके बूढ़ मुवे नौका मिले कहो काहे चढ़ाऊं जिउंदा डुबना पियावां बेड़ी नहीं लभदी तिनका नहीं लभदा मरण तो बाद बेड़ियां आ गई मरण तो बाद तां तीजे दिन मैं खुद ही फुल के तर जाना है पानी ने उंज तार देन फिर तू बेड़ी मैं तेरी दा की करना बेड़ी रख मरण तो बाद तां खुद बंदा तर जाता कोई समय बाद तू किरपा कर डुबदे नूं तार। उत्थे उन्हां अखीर ते जिहड़े बचन कहे प्राण जो थाके थिर नहीं कैसे बरमाऊं बूढ़ मुवे नौका मिले काओ काहे चढ़ाऊं मैं नाही किछ हूं नाही किछ आए ना मोरा अवसर लज्जा राख ले हो सदना जंतौरा। गुरु रामदास दे दरबार च सच एवे पूरी सिख जगत लई पूरी मानवता लई एक सवैया रोज शरण विच पैण दा पढ़िया जांदा हम अवगुण भरे एक गुण नाई आख है शरण दा कंसैप्ट कि मैं गुनाह नाल भरिया होया हम अवगुण भरे एक गुण नाही अमृत छाड़ बिखै बिखाई माया मोह भरम पै भूले सुत धारा स्यों प्रीत लगाई एक उत्तम पंथ सुनियो गुर संगत ते मिलंत जम त्रास मिटाई एक अरदास पाठ कीरत की शरण तुम्हारी आयो एक अरदास पाठ कीरत की गुरु रामदास राखो शरण आई। अगली बेनती मैं करनी चाहना शरण पैना अपनी ताकत क्षीण हो जाए वो बड़ा समर्थ है। सतगुरु गुरु नानक साहब
जिस दिन सुल्तानपुर लोधी तुर लगे ना, ते राय बुलार साहब गुरु साहब जी नूं विद्या करना है। बजुर्ग सन, उम्र करके वड्डे सन, उस खिते दे वो हाकम ने, मालिक ने, ते विद्या करदियां वो बजुर्ग सन, अखां भर रहीआं, जबान तो बोलिया ना गया। हालांकि जदों जन्म साखियां पढ़ो उन्हां दे प्यार दे वखरे 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 प्रसंग ने। इत्थों तक लफ्ज में एक बार कहा सी, उन्हें कहा सी, कालू साडा तां हक भी कोई नहीं, तेरा तां पुत्र है ना, साडी किहड़ी खून दी रिश्तेदारी है। पर मैं एक गल तेनू कहा कि नानक नूं कदी उच्चा ना बोली। उन्हें तां शब्द भी लिखे कि गुरु नानक साहब नूं किदे फिट लफ्ज ना वरती। ते बाबा कालू साहब ने क्या, राय जी तुसी क्यों? कह लगे, सच एवे नानक करके मेरी तलवंडी वसदी है, इन्हां करके मेरा शहर वसदा है। इसे कारण करके राय बुलोर दा बिरहा दा जिहड़ा प्रसंग मैं किसी दिन अर्ज करांगा, किन्ना वो बिरहा च भिज के आवाज़ां मारदा गुरु नानक साहब नूं। सतगुरु नूं बड़ी मुहब्बत करदा, कहंदा तुहाडे करके इत्थों तक कि मैं एक बार अर्ज की सी, जदों सच्चा सौदा किया पिता जी ने झड़किया, पर राय बुलार ने बाबा कालू साहब जी नूं बुला के कहा सी कि जिन्ने पैसे लगे उदों 10 गुणा ज़्यादा ले ले, पर अज तो बाद हथ मत चुकी। उन्हें क्या गवाए, उन्हें लफ्ज पिता जी ने क्या गवाए, इन्ना तुसी चट्टी क्यों भरो। चट्टी लफ्ज पुराना हुंदा सी, क्यों चट्टी भरो। ते राय बुलार ने कहा, मैं चट्टी नहीं भर रहा, मैं तो गुरु नानक दा कर्जदार हाँ, इहदा कर्जा वापस करना है। उन्हें क्या कर्जदार? कह लगे अगे लोकी मजाक उड़ाते सन, अज तुसी भी उजाड़ दिता। मजाक ही किया है, ये किदन कोई कमा के लिया? कर्ज तो वह दिंदा जिन्हें कमाया होवे। बाबे कालू नूं बाहर दे खत दिसदे पए सन, राय बुलार नूं अंदरों गुरु नानक दी किरपा दिसदी पई सी। कहते कदी कमाया होया ते कर्ज दे। उथे कहते ने राय बुलार दे शब्द सुनने वाले ने कह लगे, तू पिता है ना, तू पुत्र ही जानिया है, तेनू समझ कोई नहीं अजे। लफसन सुन कालू तुझको सुध नाही, माया पिखे जिती जग माही। नानक तेनू नहीं, बाबा कालू तेनू नहीं समझ कि गुरु नानक दी अजमत की है। जिन्नी संसार दी दृष्ट अनदृष्ट दौलत ताकत है, सारी गुरु नानक दे चरनां दी गुलाम है। इस तरह पिछे तुरदी है जिवें एक सुहागण अपने पति दे पिछे तुरदी है। सुन कालू तुझको सुध नाही, माया पिखे जिती जग माही। सब वरतै नानक अनुसारी, पत रजाए जो पत ब्रत नारी। कह लगे और जे मुझ घर वड्याई, कमल नैन किरपा ते पाई। मेरे घर विच जो कुछ भी है सच है, मेरे बाप दी कमाई नहीं, सारी गुरु नानक दी किरपा है। पर उन्होंने जेड़े लफ्ज महाराज जी ने कहे वो सुनने वाले ने। मैं सिर्फ शब्द कह रहा, शरण च चले जाइए गुरु नानक दा पल्ला पकड़ के, क्योंकि जो गुरु पल्ला पकड़ा के शरण च ले जाए ना, उदों रब फिर गुनाह नहीं देखता हुंदा। शरण तुम्हारी आयो नानक के प्रवसाद। सतगुरु तुरन लगे, राय बुलार जी ने बिरहा किया, बजुर्ग ने सतगुरु जी कोल खलो गए ते प्यार नाल कहन लगे, राय जी तुसी क्यों उधर गए? उधर गए लफ्ज भी बड़ा प्यारा है जी, पुराना है। तुसी क्यों उधर दे हो? बिरहा क्यों? कहन लगे अगे चलो लंघदे सो तुरदे सो दर्शन कर लेंदा सा, हुण चले तुसी सुल्तानपुर, एक किरपा करो मेरे लिए हुक्म कर जो, मैं बचन की कमावा। सारा पिंड देख रहा भी ये झुकदा पे एडा वड्डा राठ बंदा, मेरे लिए हुक्म कर जो, मैं की बचन कमावा। प्यारे कला राय बुलार लई नहीं, सतगुरु ने क्या, राय जी अपनी सियाणप, अपनी अकल, अपना धन, अपना इलम, अपना जोर सब कुछ छड्ड के कोई चीज़ भी जदों काम ना करे, बस खुदा दी शरण विच पै जाओ,
ਉਹਦੇ ਸਾਹਮਣੇ ਅਰਦਾਸ ਕਰੋ, ਬਸ ਉਹਦੀ ਸ਼ਰਨ ਦਾ ਬਚਨ ਹੀ ਤੁਸੀਂ ਪਾਲਣਾ ਹੈ, ਉਹਦੀ ਸ਼ਰਨ ਚ ਰਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਅੰਮ੍ਰਿਤ ਬੋਲ ਇਤਿਹਾਸ ਦੇ ਨੇ। ਪਰ ਮੈਂ ਅਰਜ਼ ਕਰਾਂਗਾ ਅੱਜ ਫਿਰ ਕੇ, ਕਿਉਂਕਿ ਅੱਜ ਵੀ ਸਾਨੂੰ ਲੋੜ ਹੈ, ਅਸੀਂ ਨਿਰਾਸਰੇ ਹਾਂ। ਸਾਡਾ ਕਿਹੜਾ ਆਸਰਾ ਹੈ ਜੀ? ਸਾਨੂੰ ਸਿਰਫ ਆਸਰਾ ਗੁਰੂ ਨਾਨਕ ਸਾਹਿਬ ਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਬੋਲ ਕਿ ਬਲ ਛੁਟਕਿਓ ਬੰਧਨ ਪਰੇ ਸ਼ਰਨ ਚ ਪੈ ਜਾ। ਹਾਥੀ ਵੀ ਸ਼ਰਨ ਚ ਪਿਆ। ਭਾਈ ਗੁਰਦਾਸ ਸਾਹਿਬ ਕਹਿੰਦੇ ਦੁੱਖ ਤੇ ਗਜਿੰਦ ਅਰਬਿੰਦ ਗਏ ਭੇਟ ਕਾਏ, ਰੱਖੈ ਤਾਂਕੈ ਕਾਜੈ ਚੱਕਰ ਪਾਣ ਆਨ ਗ੍ਰਸੈ ਗਰਾਜ। ਸ਼ਕਤੀ ਕੋਈ ਨਹੀਂ ਰਹੀ, ਬਲ ਕੋਈ ਨਹੀਂ ਰਿਹਾ। ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤੂੰ ਪਾਏ, ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਖਾਏ। ਓਟ ਦਾ ਅਰਥ ਵੀ ਸ਼ਰਨ ਹੀ ਹੈ, ਤੇਰਾ ਸਹਾਰਾ ਹੈ ਹੁਣ ਮੈਨੂੰ। ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਏ। ਅੱਗੇ ਸਾਹਿਬ ਨੇ ਫਰਮਾਇਆ ਬਲ ਹੋਵਾ ਬੰਧਨ ਛੁਟੇ। ਆ ਜੇ ਸ਼ਰਨ ਦੀ ਕਿਰਪਾ। ਦੋਨਾਂ ਸ਼ਲੋਕਾਂ ਨੂੰ ਜਦੋਂ ਬਰਾਬਰ ਰੱਖਦੇ ਆ, ਜਦੋਂ ਬਹੁਤ ਮਨ ਕਿਤੇ ਉਦਾਸ ਹੋਵੇ, ਚਿੰਤਾ ਤੁਰ ਹੋਵੇ ਤੇ ਲੋਕ ਸਾਰੇ ਡਰਾਈ ਜਾਣ, ਨਹੀਂ ਨਹੀਂ ਹੁਣ ਨਹੀਂ ਕੁਝ ਬਣਨਾ, ਹੁਣ ਤੇ ਗਿਆ, ਹੁਣ ਤਾਂ ਮਰ ਗਿਆ। ਕਿਉਂਕਿ ਸਮਾਜ ਵੀ ਕਿਹੜਾ ਧੀਰੇ ਦਿੰਦਾ, ਜ਼ਿਆਦਾਤਰ ਡਿੱਗਣ ਵਾਲੇ ਹੁੰਦੇ ਨੇ। ਨਹੀਂ ਹੁਣ ਜੀ ਇਹ ਤੇ ਫਾਈਨੈਂਸ਼ਲੀ ਪੱਖੋਂ ਆਰਥ ਪੱਖੋਂ ਮਰ ਗਿਆ, ਉਹ ਨਹੀਂ ਉੱਠ ਸਕਦਾ, ਬਿਮਾਰੀ ਪੱਖੋਂ ਗਿਆ। ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਤੂੰ ਵਿਸ਼ਵਾਸ ਨਾਲ ਜੀ। ਦੋਨਾਂ ਸ਼ਲੋਕਾਂ ਨੂੰ ਸਾਹਮਣੇ ਰੱਖ। ਇੱਕ ਪਾਸੇ ਬਲ ਛੁਟਕਿਓ, ਨਾਲ ਪੜ ਲੈ ਬਲ ਹੋਵਾ। ਇੱਕ ਪਾਸੇ ਬੰਧਨ ਪਰੇ, ਨਾਲ ਪੜ ਲੈ ਬੰਧਨ ਛੁਟੇ। ਇੱਕ ਪਾਸੇ ਪੜ ਲੈ ਕਛੂ ਨਾ ਹੋ ਤੂੰ ਪਾਏ, ਦੂਜੇ ਪਾਸੇ ਨਾਲ ਪੜ ਲੈ ਸਭ ਕੀ ਹੋ ਤੂੰ ਪਾਏ। ਦੇਖੋ ਕਿੰਨੇ ਕਮਾਲ ਦਾ ਸ਼ਰਨ ਪਾਲ ਕੇ ਦੋਹਰਾ। ਬਲ ਛੁਟਕਿਓ ਬੰਧਨ ਪਰੇ कछु ना हो तो पाए, कहो नानक अब ओट हर शरण तुम्हारी आयो। नानक के प्रभसाद कहो नानक अब ओट हर गाज्यों हो सहाय। अगे साहब कहते ने बल होवा, सचमुच उहदी शरण च बड़ी वड्डी ताकत है। फिर मैं अर्ज करांगा ये कली कथा के रूप च नहीं, कदी सवेरे अमृत वेले जदों भी आप जी अभ्यास करते हो, मैं हर बार कहना भी इस झगड़े च ना पईए भी इदू वध बाणी पढ़ ली, अद्यों ज़्यादा साडा तो रौला ही नहीं मुकदा पिया। जे इदू वध बाणी, चलो नितनेम दीयां बाणियां जो लिखिया 5 बाणियां सी कहने है ना, जे 5 तो अगे 2 पढ़ लेगा तो महाराज नूं घरों बाहर कढ़ देणगे। देखो असीं कैसी कैसी जिद च ते कैसी खौमे च गरके पए आ। मैं लफ्ज़ सख्त वरत लिया है। जे कोई गुरु का प्यारा 12 घंटे गुरु ग्रंथ साहिब का पाठ करता है तो तैनू बंदिया की मुश्किल आ गई उहदे तो। बड़े मैं ऐसे प्रचारक वीर देखिया जी, की फायदा सुखमनी साहिब का, की फायदा। साडे जी लुधियाने वाहगुरू जी उत्थे बैठ के पाठ करते हैं संगतां, सुखमनी साहिब दे बीबियां इकट्ठियां हो जान, जपजी साहिब दे, चौपई साहिब दे। वो कईयां नूं नहीं मुश्किल, की फायदा होया? मैं कहना इहदा फायदा यही है भी बीबियां नूं कि गुरुद्वारे उठो, अमीरां घरां दियां वो होटल च जाओ, जाके किट्टी पार्टी खेदो, फिर इनू ठंड पै जाएगी कथा वाले। मैं सीधे जे पेंडू शब्द वरतना पे। वो गुरु के सिखो ये जुड़न दिओ। भाई साहब कहते ने वीर सिंह लगा रहे ते लगा रहो, हरदम कदे ना छोड़, लगा रहे ते लख दा हटे तां कौडी मोड़। बस लगा रहो, निरंतरता जी लगातारती। हूँ शरण के अर्थ भी ने कोई। जदों सवेरे वाहगुरू शब्द जपीए, मैं फिर अर्ज करांगा, मैनू बहुत साल, मेरा ख्याल 18 साल हो गए जी मैनू इत्थे कथा करदियां, ते मैं एक गल दी मैनू खुशी है, इनू ना बटरिंग समझियो। इस थां ते कदी मैनू 18 सालां च किसी कमेटी मैंबर ने ये नहीं कहा भाई साहब तुसी आ बोलना है। ये सच्चाई जे, नहीं तो थां थां ते जाईदा पहले लिस्ट तैयार हुंदी, आ कुछ बोलिया जे, वो तैयारी कीती हुंदी भी फलाना आ गया, हुण इहदी जबान री लोकां नूं डंडा फेरांगे, ये बोलेगा सुख सानू मिलेगा। नहीं, मैं सच कहना गुरु ग्रंथ साहिब की हजूरी च कि हजूर सच्चे पातशाह महाराज जदों सिमरन बोल के करिए, वेखो ये सर्कल एक नाम बाणी ते नाम, फिर इनू बेनती शरण किवें पैना है। हुण चलो मत्था टेक दिता तो शरण च आ गए, अपने ख्यालों नूं भी गुरु की शरण च लै जाइए, असीं होर डूंगा उतरीए। अपने शरीर नूं जे गुरु की शरण च लै आंदा, अपने थाट्स, अपने ख्याल, अपने विचार भी गुरु की शरण च लै जाइए।
ਗੁਰੂ ਸਾਹਿਬ ਕਹਿੰਦੇ ਤਿੰਨ ਗੱਲਾਂ ਨੇ, ਨਾਮ, ਬਾਣੀ, ਫਿਰ ਨਾਮ। ਬੜਾ ਸਵਾਦ ਆਵੇਗਾ। ਕਿਤੇ ਅੱਧਾ ਘੰਟਾ, ਮੈਂ ਅੱਧਾ ਘੰਟਾ ਚਲੋ ਕਹਿਣਾ, ਟਿਕ ਜਾਏ ਤੇ 5 ਮਿੰਟ ਹੀ ਬੜੇ ਆ, ਅੱਧਾ ਕੁ ਘੰਟਾ ਕਿਤੇ ਬੋਲ ਕੇ ਗੁਰਮੰਤਰ ਦਾ ਜਾਪ ਕਰੀਏ, ਵਾਹਿਗੁਰੂ ਵਾਹਿਗੁਰੂ, ਪਿਆਰ 'ਚ ਭਿੱਜ ਕੇ। ਮੈਨੂੰ ਯਾਦ ਹੈ ਗੁਰਮੁਖ ਪਿਆਰੇ, ਇਹ ਸਵਾਲ ਕੀ ਹੁੰਦੇ ਨੇ, ਪਰ ਸਟੇਜ ਤੇ ਕਿਉਂਕਿ ਹਰ ਬੰਦੇ ਨੂੰ ਨਹੀਂ ਉਹਨਾਂ ਕੋ ਪਾ ਸਕਦਾ। ਕਈ ਵਾਰੀ ਅਸੀਂ ਕਹਿੰਦੇ ਸਿਮਰਨ ਕਰਦਿਆਂ ਮੇਰਾ ਧਿਆਨ ਨਾ ਇੱਕ ਦੁਕਾਨ ਤੇ ਚਲਾ ਗਿਆ, ਬੱਚਿਆਂ 'ਚ ਚਲਾ ਗਿਆ, ਕਿਤੇ ਬਿਜ਼ਨਸ ਚਲਾ ਗਿਆ। ਮੈਨੂੰ ਗੁਰਮੁਖ ਪਿਆਰਿਆਂ ਦੀ ਬੜੀ ਚੰਗੀ ਗੱਲ ਕਹਿਣ ਲੱਗੀ, ਫਿਰ ਇੱਕ ਕੰਮ ਕਰੋ, ਜੇ ਧਿਆਨ ਨਹੀਂ ਟਿਕਦਾ ਪਿਆ, ਸਿਮਰਨ ਕਰਦਿਆਂ ਬੱਚਿਆਂ 'ਚ ਪਰਿਵਾਰ ਜਾਂਦਾ ਹੈ, ਤੁਸੀਂ ਨੇਤਰ ਬੰਦ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸੇਵਾ ਹੀ ਕਰੀ ਜਾਓ। ਤਰੀਕਾ ਹੈ ਨਾ ਟਿਕਾਣ ਦਾ। ਘੱਟੋ ਘੱਟ ਗੁਰੂ ਲਫ਼ਜ਼ ਦੇ ਨੇੜੇ ਰਹਿ ਗਿਆ ਨਾ। ਮੈਂ ਇੱਕ ਵਾਰ ਇੱਥੇ ਕਿਹਾ ਸੀ ਕਿ ਜਦੋਂ ਚਲੋ ਤੁਹਾਡੇ ਕਿਸ ਤਰ੍ਹਾਂ ਪੜ੍ਹਾਉਂਦੇ ਆ, ਪਰ ਆਪਣੇ ਤਾਂ ਉੱਥੇ ਇਹ ਚੇਤੇ ਕਰਾਉਣ ਵਾਸਤੇ ਇੱਕ ਪੂਰੇ ਪੇਜ ਤੇ ਐਪਲ ਦੀ, ਸੇਬ ਦੀ ਤਸਵੀਰ ਛਾਪੀ, ਜਿੱਥੇ ਇੰਨੀਆਂ ਲਾਈਨਾਂ ਲਿਖੀਆਂ ਜਾ ਸਕਦੀਆਂ ਨੇ, ਐਡਾ ਵੱਡਾ ਇੱਕੋ ਪੇਜ ਤੇ ਐਡਾ ਵੱਡਾ ਐਪਲ। ਉਹ ਐਪਲ ਇਸ ਕਰਕੇ ਰੱਖਿਆ, ਇਸ ਬੱਚੇ ਦੇ ਜੇਨ 'ਚ ਇਹ ਚਲਾ ਜਾਏ, ਜਿੱਦਣ ਇਹ ਚਲਾ ਗਿਆ ਅਗਲੀ ਕਲਾਸ ਵਿੱਚੋਂ ਐਪਲ ਚੁੱਕ ਲੈਂਦੇ ਹੁੰਦੇ ਨੇ। ਇਹ ਨਾਲ ਕਲਾ ਐਪਲ ਥੋੜਾ ਬਣਦਾ। ਮੈਂ ਫਿਰ ਬੇਨਤੀ ਕਰਾਂਗਾ, ਜਦੋਂ ਮਨ ਨਾ ਟਿਕਦਾ ਹੋਵੇ, ਜਿਹੜੇ ਸੱਚੀ ਮੁੱਚੀ ਚੱਲਣਾ ਚਾਹੁੰਦੇ ਨੇ ਤੇ ਨਾ ਟਿਕਦਾ ਹੋਵੇ, ਜੇ ਦੁਕਾਨ ਨਾਲੋਂ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਬਹਿ ਕੇ ਕੀਰਤਨ ਸੁਣੀ ਜਾਏ, ਦੁਕਾਨ ਨਾਲੋਂ ਤੇ ਬਚ ਜਾਏਗਾ, ਭਟਕਣਾ ਤੂੰ ਤੇ ਮੁੱਕੇਗਾ। ਫਿਰ ਬੇਨਤੀ ਹੈ ਪਿਆਰਿਓ, ਸਿਮਰਨ ਕਰਕੇ ਫਿਰ ਸੁਰਤ ਨਾਲ ਜਪ ਦਾ ਪਾਠ ਕਰੀਏ, ਸੁਰਤ ਨਾਲ, ਬੋਲ ਕੇ ਨਹੀਂ। ਕਿਉਂਕਿ ਜ਼ਬਾਨ ਆਪਣਾ ਕੰਮ ਕਰਦੀ ਏ, ਦਿਮਾਗ ਆਪਣਾ ਕੰਮ ਕਰਦਾ ਹੈ। ਦਿਮਾਗ ਨੂੰ ਜੋ ਸ਼ਬਦ ਅਸੀਂ ਚੇਤੇ ਕਰਾਏ ਨੇ ਉਹ ਜ਼ਬਾਨ ਬੋਲੀ ਜਾਂਦੀ ਏ। ਮਨ ਇੰਨਾ ਚਲਾਕ ਹੈ, ਉਹ ਦਿਮਾਗ ਤੇ ਜ਼ਬਾਨ ਨੂੰ ਕਹਿੰਦਾ ਤੁਸੀਂ ਕੰਮ ਕਰੋ, ਮੈਂ ਵਿੱਚੋਂ ਨਿਕਲ ਗਿਆ। ਇਸ ਤਰ੍ਹਾਂ ਹੀ ਸਿਸਟਮ ਹੈ ਸਾਡਾ। ਪਰ ਜਦੋਂ ਆਪਾਂ ਸੁਰਤ ਨਾਲ ਜਪਜੀ ਸਾਹਿਬ ਕਰਾਂਗੇ, ਮੈਂ ਸਤਿਗੁਰੂ ਦੀ ਹਜ਼ੂਰੀ 'ਚ ਕਹਿਣਾ, ਸੱਚਮੁੱਚ ਇਹੋ ਜਿਹਾ ਰਸ ਬਣੇਗਾ। ਇਹ ਗੁਰੂ ਨਾਨਕ ਦਾ ਜਪ ਕੂੜ ਦੀ ਪਾਲ ਨੂੰ ਤੋੜਦਿਆਂ ਸੁਰਤ ਨਾਲ ਇੱਕ ਦਿਨ ਸੱਚਖੰਡ ਵਸੈ ਨਿਰੰਕਾਰ ਤੱਕ ਲੈ ਜਾਏਗਾ। ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਫਿਰ ਬਾਣੀ ਨਾਮ, ਬਾਣੀ ਨਾਮ, ਇਹ ਇਸੇ ਨੂੰ ਗੁਰੂ ਰਾਮਦਾਸ ਜੀ ਨੇ ਕਿਹਾ, ਸੋ ਭਲਕੇ ਉਠ ਹਰ ਨਾਮ ਧਿਆਵੈ। ਇਹ ਸ਼ਬਦ ਵਰਤਿਆ ਨਾ ਜੀ। ਫਿਰ ਦੂਜਾ ਵਰਤਿਆ, ਚੜ੍ਹੇ ਦਿਵਸ ਗੁਰਬਾਣੀ ਗਾਵੈ। ਪਹਿਲਾ ਨਾਮ, ਫਿਰ ਗੁਰਬਾਣੀ। ਤੀਸਰਾ ਲਫ਼ਜ਼ ਫਿਰ ਵਰਤਿਆ ਸੱਚੇ ਪਾਤਸ਼ਾਹ ਜੀ ਨੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ। ਇਸ ਤਰ੍ਹਾਂ ਜੀ, ਪਹਿਲਾ ਨਾਮ, ਫਿਰ ਬਾਣੀ, ਫਿਰ ਨਾਮ। ਮੈਂ ਫਿਰ ਪ੍ਰਕਰਨ 'ਚ ਰਹਾ ਕਿ ਸਤਿਗੁਰੂ ਦੀ ਸ਼ਰਨ 'ਚ ਜਦੋਂ ਆਪਾਂ ਸੁਰਤ ਨਾਲ ਸਿਮਰਨ ਕਰੀਏ, ਉਦੋਂ ਭਾਵ ਜਿਹੜੇ ਬਣ ਉਹਦੇ ਵਿੱਚ ਸਮਰਪਿਤ ਕਰ ਦਈਏ, ਵਾਹਿਗੁਰੂ ਜੀ ਮੇਰਾ ਕੁਛ ਵੀ ਨਹੀਂ, ਮੈਂ ਸਭ ਕੁਝ ਤੇਰੇ ਚਰਨਾਂ 'ਚ ਸਮਰਪਿਤ ਕਰਨਾ ਹੈ। ਹੁਣ ਜਦੋਂ ਇਸ ਤਰ੍ਹਾਂ ਕੋਈ ਸ਼ਰਨ ਵਿੱਚ ਪੈਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਸ਼ਰਨ ਪਿਆਂ ਦੀ ਫਿਰ ਲਾਜ ਕਿਵੇਂ ਰੱਖਦਾ। ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ, ਜੋ ਸੁਖ ਕੋ ਚਾਹੈ ਸਦਾ ਸ਼ਰਨ ਤੁਮਾਰੀ ਆਇਓ। ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ। ਕਹਿੰਦੇ ਨੇ ਪ੍ਰਭੂ ਦੀ ਸ਼ਰਨ 'ਚ ਬਹਿ ਜਾ। ਗੁਰੂ ਗੋਬਿੰਦ ਸਿੰਘ ਜੀ ਨੂੰ ਪਿੱਛੇ ਸੱਚੇ ਪਿਤਾ ਆਪ ਜੀ ਦੇ ਹਜ਼ੂਰ ਗੁਰੂ ਪਿਤਾ ਬਖਸ਼ਿਸ਼ ਕਰ ਰਹੇ ਨੇ ਕਿ ਜੇ ਸੁਖ ਚਾਹੀਦਾ ਹੈ ਤੇ ਪ੍ਰਭੂ ਦੀ ਸ਼ਰਨ 'ਚ ਪੈ ਜਾ। ਤੁਸੀਂ ਕਿਰਪਾ ਕਰਕੇ ਦੱਸੋ ਕਿ ਗੁਰੂ ਪ੍ਰਭੂ ਦੀ ਸ਼ਰਨ 'ਚ ਸੁਖ ਕੀ। ਗੁਰੂ ਕਲਗੀਧਰ ਦਾ ਇੱਕ ਚਾਰਨੀ ਛੰਦ ਹੈ ਦਸਮ ਦੀ ਬਾਣੀ 'ਚ, ਫਰਮਾਇਓ ਨੇ ਕਿ ਸ਼ਰਨ ਪੈਣ ਦੀ ਇਸ ਤਰ੍ਹਾਂ ਲਾਜ ਰੱਖਦੇ ਨੇ ਪ੍ਰਭੂ ਜੀ। ਕਿਵੇਂ ਜੀ? ਉਹ ਪ੍ਰਵਾਨ ਵੀ ਤੁਹਾਨੂੰ ਚੇਤੇ ਹੈ। ਕਹਿੰਦੇ ਨੇ ਭੋਜਨ ਛਕਨੇ ਆ ਤੇ ਸਾਡੀ ਜੀਭ ਰਸ ਲੈਂਦੀ ਏ, ਦੰਦ ਭੋਜਨ ਨੂੰ ਕੱਟਦੇ ਨੇ, ਦੰਦ ਖੱਡੀਆਂ ਨੇ, ਕੱਚ ਹੈ, ਕਰੜੇ ਤੋਂ ਕਰੜੇ ਭੋਜਨ ਦੇ ਟੁਕੜੇ ਕਰਦੇ ਨੇ, ਪਰ ਜੀਭ ਨੂੰ ਨਹੀਂ ਕੱਟਦੇ। ਜੀਭ ਚਾਰ ਚੁਫੇਰੇ ਖਾਂਦਿਆਂ ਵੀ ਇਹਨਾਂ ਦੇ ਕੋਲ, ਬੋਲਦਿਆਂ ਵੀ ਇਹਨਾਂ ਦੇ ਕੋਲ, ਕਿਉਂਕਿ ਦੰਦਾਂ ਦੀ ਤੇ ਜੀਭ ਦੀ ਮਿਲਤ ਨਾਲ ਕਈ ਸਾਊਂਡ ਆਵਾਜ਼ਾਂ ਨਿਕਲਦੀਆਂ ਬਣਦੀਆਂ। ਮੈਂ ਇੱਕ ਦਿਨ ਕਿਹਾ ਸੀ, ਤੱਤਾ ਥੱਥਾ ਦੱਦਾ ਧੱਦਾ, ਇਹਨਾਂ ਦੇ ਸਮੇਲ ਤੋਂ ਬਿਨਾਂ ਤੇ ਬੋਲੀ ਨਹੀਂ ਜਾਂਦਾ। ਹੁਣ ਜੀਭ ਜਿਹੜੀ ਉਹ ਦੰਦੇ ਦੇ ਕੋਲ ਨੇ, ਹਰ ਚੀਜ਼ ਨੂੰ ਕੱਟਦੇ ਨੇ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ 32 ਦੰਦ ਜਿਹੜੇ ਨੇ ਕੈਂਚੀ ਦੀ ਤਰ੍ਹਾਂ ਕਤਰ ਕਤਰ ਕੇ ਸੱਟੀ ਜਾਂਦੇ ਨੇ ਭੋਜਨ ਨੂੰ,
ਤੇ ਜੀਵ ਨੂੰ ਤੱਤੀ ਵਾਹ ਨਹੀਂ ਲੱਗਦੀ। ਤੂੰ ਸ਼ਰਨ ਵਿੱਚ ਪੈ ਜਾ, 32 ਲੱਖ ਦੁਸ਼ਮਣ ਤੇਰਾ ਖੜਾ ਹੋ ਜਾਏ, ਰੱਬ ਤੈਨੂੰ ਤੱਤੀ ਵਾਹ ਨਹੀਂ ਲੱਗਣ ਦੇਗਾ। ਗੁਰੂ ਸਾਹਿਬ ਦੇ ਬੋਲ ਨੇ ਕਿ ਜਿਸ ਨੂੰ ਸਾਜਨ ਰਾਖਸ਼ੀ ਦੁਸ਼ਮਨ ਕਵਨ ਵਿਚਾਰ। ਗੁਰੂ ਗੋਬਿੰਦ ਸਿੰਘ ਜੀ, ਜਿਸ ਨੂੰ ਸਾਜਨ ਰਾਖਸ਼ੀ ਦੁਸ਼ਮਨ ਕਵਨ ਵਿਚਾਰ, ਛਵਾ ਨਾ ਸਕੈ ਤੈ ਸ਼ਾਹ ਕੋ, ਉਹਦੇ ਪਰਛਾਵੇਂ ਨੂੰ ਕੋਈ ਨਹੀਂ ਛੂ ਸਕਦਾ। ਉਹਨੂੰ ਤਾਂ ਛੂਣਾ ਦੂਰ ਦੀ ਗੱਲ। ਛਵੈ ਨਾ ਸਕੈ ਤੈ ਸ਼ਾਹ ਕੋ ਨੇਫਲ ਜਾਏ ਗਵਾਰ। ਜੋ ਸਾਧੂ ਸ਼ਰਨੀ ਪਰੇ, ਜੋ ਗੁਰੂ ਦੀ ਸ਼ਰਨ ਚ ਪੈ ਗਏ, ਜੋ ਸਾਧੂ ਸ਼ਰਨੀ ਪਰੇ ਤਿਨ ਕੇ ਕਵਨ ਵਿਚਾਰ। ਦੰਤ ਜੀਵ ਜਿਮ ਰੱਖ ਈ ਦੁਸ਼ਟ ਅਰਿਸ਼ਟ ਸੰਘਾਰ। ਜਿਵੇਂ ਦੰਦਾਂ ਵਿੱਚ ਪਰਮਾਤਮਾ ਜੀਵ ਨੂੰ ਬਚਾਈ ਬੈਠਾ। ਮਨ ਚ ਉੱਠੇਗਾ ਕੋਈ ਐਸਾ ਹੋਇਆ ਕਿ ਜਿੱਥੇ ਦੁਸ਼ਮਣ ਤੋਂ ਇਸ ਤਰ੍ਹਾਂ ਬਚਾ ਦਿੱਤਾ ਜਿਵੇਂ ਦੰਦਾਂ ਤੋਂ ਜੀਵ। ਮੈਂ ਇੱਕ ਸ਼ਬਦ ਪੜ੍ਹ ਦੇਣਾ, ਉਹ ਕਬੀਰ ਸਾਹਿਬ ਜੀ ਨਾਲ ਆਪਣਾ ਬੀਤੀ ਹੈ। ਸ਼ਰਨ ਵਿੱਚ ਪਿਆ ਹੋਇਆਂ ਨੂੰ ਮਹਾਰਾਜ ਕਹਿੰਦੇ ਨੇ ਤਾਕਤ ਵਾਲੇ ਵੀ ਕੁਛ ਨਹੀਂ ਕਰ ਸਕਦੇ। ਸ਼ਬਦ ਜੀ ਭੁਜਾ ਬਾਂਧ ਪਿਲਾ ਕਰ ਡਾਰਿਓ, ਖਸਤੀ ਕਰੋ ਮੂੰਡ ਪੈ ਮਾਰਿਓ। ਹਸਤ ਭਾਗ ਕੈ ਚੀਸਾਂ ਮਾਰੇ, ਇਆਂ ਮੂਰਤ ਕੈ ਖੌਂਬ ਲਿਖਾਰੇ। ਮਹਾਰਾਜ ਕਹਿੰਦੇ ਨੇ ਆਏ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ। ਖੈਰ ਮੈਂ ਸੰਖੇਪ ਜਿਹਾ ਅਰਥ ਕਰ ਦੇਣਾ। ਕਬੀਰ ਸਾਹਿਬ ਨੂੰ ਬੰਨ ਕੇ ਖਾਤੀ ਦੇ ਪੈਰਾਂ 'ਚ ਸੱਟਿਆ ਗਿਆ। ਕਾਜ਼ੀ ਨੇ ਕਿਹਾ ਵੀ ਮਹਾਵਤ ਨੂੰ ਤੂੰ ਹਾਥੀ ਦੇ ਸਿਰ 'ਚ ਅੰਕੁਸ਼ ਮਾਰ ਕੇ ਕਬੀਰ ਨੂੰ ਬਿਲਕੁਲ ਕੁਚਲ ਦੇ ਖਾਤੀ ਦੇ ਪੈਰਾਂ ਥੱਲੇ। ਕਬੀਰ ਸਾਹਿਬ ਕਹਿੰਦੇ ਮੈਂ ਕੀ ਕਰਾਂ, ਮੇਰੇ ਹੱਥ ਵੀ ਵੱਜੇ ਪੈਰ ਵੀ ਵੱਜੇ, ਪਰ ਕਹਿੰਦੇ ਮੇਰੇ ਕੋਲ ਇੱਕ ਪ੍ਰਭੂ ਦੀ ਸ਼ਰਨ ਹੈ। ਉੱਥੇ ਲਫ਼ਜ਼ ਵਰਤਿਆ ਆਏ ਮੇਰੇ ਠਾਕੁਰ ਤੁਮਰਾ ਜੋਰ, ਮੇਰੇ ਕੋਲ ਸਿਰਫ ਤਾਕਤ ਸ਼ਰਨ ਤੇਰੀ ਏ। ਕਾਜੀ ਬਕਬੋ ਹਸਤੀ ਤੋਰ। ਤੁਸੀਂ ਪਾਠ ਕਰਕੇ ਦੇਖੋ ਇਸ ਸ਼ਬਦ ਦਾ। ਮਹਾਰਾਜ ਇਹਦੇ ਅਖੀਰ 'ਚ ਕਹਿੰਦੇ ਨੇ ਕਿ ਸੱਚ ਏਵੇ ਹਸਤ ਨਾ ਤੁਰੈ ਧਰੈ ਧਿਆਨ, ਵਾਕੈ ਹਿਰਦੈ ਬਸੈ ਭਗਵਾਨ। ਕੁੰਚਰ ਪੋਟ ਲੈ ਲੈ ਨਮਸਕਾਰੇ, ਬੁਝੀ ਨਹੀਂ ਕਾਜੀ ਅਧਿਆਰੇ। ਹਾਥੀ ਨੂੰ ਨਮਸਕਾਰਾਂ ਕਰਦਾ ਉਸ ਪੋਟਲੀ ਨੂੰ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਗੁਰੂ ਅਰਜੁਨ ਦੇਵ ਦਾ ਦੂਜਾ ਸਲੋਕ ਸੁਖਮਨੀ ਸਾਹਿਬ ਦੀ ਦੂਜੀ ਅਸ਼ਟਪਦੀ ਦਾ ਕਿ ਦੀਨ ਦਰਦ ਦੁੱਖ ਭੰਜਨਾ, ਗਰੀਬਾਂ ਦੇ ਦੁੱਖ ਕੱਟਣ ਵਾਲੇ ਵਾਹਿਗੁਰੂ, ਘਟ ਘਟ ਹਰ ਘਟ ਵਿੱਚ ਵਿਆਪਕ ਵਾਹਿਗੁਰੂ ਜੀ, ਨਾਥ ਅਨਾਥ ਅਨਾਥਾਂ ਦੇ ਨਾਥ ਵਾਹਿਗੁਰੂ ਜੀ, ਸ਼ਰਨ ਤੁਮਾਰੀ ਆਇਓ, ਤੁਹਾਡੀ ਸ਼ਰਨ ਚ ਆਇਆ ਨਾਨਕ ਕੇ ਪ੍ਰਭ ਸਾਥ। ਹੁਣ ਇਸ ਤੋਂ ਅੱਗੇ ਪਹਿਲੀ ਗੱਲ ਸਿਮਰਨ ਦੀ ਸੀ, ਇਹਦੇ ਵਿੱਚ ਸ਼ਰਨ ਦੀ। ਅੱਗੇ ਮਹਾਰਾਜ ਕਹਿੰਦੇ ਨੇ ਭਾਈ ਗੁਰਸਿੱਖੋ ਥਾਂ ਥਾਂ ਤੇ ਨਾ ਪੁੱਛੀ ਜਾਓ। ਰੂਹਾਨੀਅਤ ਕਿਆ ਸੱਚੀ ਗੱਲ ਹੈ। ਜਦੋਂ ਸਿੱਖ ਕਿਸੇ ਬੰਦੇ ਨੂੰ ਪੁੱਛਦੇ ਨੇ ਵੀ ਜ਼ਿੰਦਗੀ ਜੀਣ ਦਾ ਢੰਗ ਕੀ ਏ, ਅਖੀਰ ਦਾ ਸੱਚ ਕੀ ਏ, ਮੈਂ ਸੋਚਣਾ ਬਾਣੀ ਨਹੀਂ ਪੜੀ। ਗੁਰੂ ਸਾਹਿਬ ਕਹਿੰਦੇ ਨੇ ਤੀਸਰਾ ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ। ਹਾਲਾਂਕਿ 6 ਸ਼ਾਸਤਰ ਨੇ ਜੀ, ਇੱਥੇ 6 ਲਫ਼ਜ਼ ਨਹੀਂ ਵਰਤਿਆ। ਬਾਣੀ 'ਚ ਇਹ ਵੀ ਖਟ ਦਰਸ਼ਨ ਦੀ ਗੱਲ ਵੀ ਕੀਤੀ ਗਈ। 4 ਪੁਕਾਰਾਂ ਨਾ ਤੂੰ ਬਾਨੇ ਖਟ ਪੀ ਏਕਾਂ ਬਾਤ ਬਖਾਨੇ, ਉੱਥੇ 6 ਕਿਹਾ ਪਰ ਇੱਥੇ ਬਹੁ ਕਿਹਾ। ਬਹੁ ਸ਼ਾਸਤਰ ਬਹੁ ਸਿਮਰਤੀ। 6 ਸ਼ਾਸਤਰ ਨੇ ਵੈਸੇ, 27 ਸਿਮਰਤੀਆਂ ਨੇ, ਪਰ ਇੱਥੇ ਐਸੀ ਬਖਸ਼ਿਸ਼ ਕੀਤੀ, ਉੱਥੇ ਲਫ਼ਜ਼ ਬਹੁ ਵਰਤਿਆ। ਤੇ ਮੈਂ ਮੇਰੇ ਮਨ 'ਚ ਆਉਂਦਾ ਹੈ ਸ਼ਾਸਤਰ ਦਾ ਅਰਥ ਇੱਥੇ ਧਰਮ ਨਾਲ ਸੰਬੰਧਿਤ ਪੋਥੀਆਂ ਤੇ ਗ੍ਰੰਥ ਕਰੀਏ, ਕਿਉਂਕਿ ਇੱਥੇ ਗਿਣਤੀ ਨਹੀਂ ਕੀਤੀ, ਖੱਟ ਨਹੀਂ ਕਿਹਾ, 6 ਨਹੀਂ ਕਿਹਾ। ਧਰਮ ਦੇ ਬਹੁਤ ਸਾਰੇ ਸ਼ਾਸਤਰ, ਬਹੁਤ ਸਾਰੀਆਂ ਸਿਮਰਤੀਆਂ। ਗੁਰੂ ਸਾਹਿਬ ਕਹਿੰਦੇ ਨੇ ਮੇਰੀ ਜ਼ਿੰਦਗੀ ਦਾ ਤਜਰਬਾ ਹੈ, ਪੇਖੇ ਮੈਂ ਵੇਖੇ ਨੇ ਸਾਰੇ, ਜਿਲਤਾਂ ਨਹੀਂ ਦੇਖੀਆਂ, ਕਿਉਂਕਿ ਸਤਿਗੁਰੂ ਸਭ ਗਿਆਤ ਹਰ ਵਿਦਿਆ ਦੇ ਵਿਧਾਤੇ ਹੋ ਨੇ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ। ਕਹਿੰਦੇ ਨੇ ਚੰਗੀ ਤਰ੍ਹਾਂ ਟੰਡੋਲ ਕੇ ਖੋਜ ਕੇ ਪੜਚੋਲ ਕੇ ਇਸ ਗੱਲ ਤੇ ਪਹੁੰਚਿਆ ਵਾਂ ਕਿ ਹਰ ਗ੍ਰੰਥ ਪੁਕਾਰ ਕੇ ਕਹਿ ਰਿਹਾ ਹੈ ਕਿ ਦੁਨੀਆ ਦੇ ਲੋਗੋ ਪਰਮਾਤਮਾ ਦੇ ਨਾਮ ਦੇ ਤੁਲ ਕੁਛ ਵੀ ਨਹੀਂ, ਤੇ ਉਹ ਨਾਮ ਅਮੋਲਕ ਹੈ, ਉਹ ਮੁੱਲ ਨਹੀਂ ਖਰੀਦਿਆ ਜਾਂਦਾ। ਪੂਜਸ ਨਾਹੀ ਹਰ ਹਰੇ, ਉਹਦਾ ਨਾਮ ਦੇ ਬਰਾਬਰ ਕੁਛ ਵੀ ਨਹੀਂ। ਪੂਜ ਸਨਾਈ ਹਰ ਹਰੇ ਨਾਨਕ ਨਾਮ ਅਮੋਲ। ਨਾਮ ਦੀ ਕੌਣ ਕੀਮਤ ਪਾ ਸਕਦਾ। ਫਿਰ ਥੋੜਾ ਜਿਹਾ ਆਓ ਗੁਰੂ ਗ੍ਰੰਥ ਸਾਹਿਬ ਚੋਂ ਮੈਂ ਅਰਜ਼ ਕਰਾਂਗਾ,
फिर ये अष्टपदियाँ जाप ताप ज्ञान सब ध्यान खट शास्त्र सिमरत बख्यान जोग अभ्यास कर्म धर्म किरिया सगल त्याग बन मध्य फिरिया अनक प्रकार किए वो जतना पुन दार होमे वो रतना शरीर कटाए होमे कर राती वर्त नेम करे वो भांति नहीं तुल राम नाम विचार नानक गुरमुख नाम जपिए एक बार। देखो बख्शिश की कहने अनेक किताबों के अनेक मंत्र कोई पढ़ लै कोई बहुत जप करी जाओ। मेरे मन से भी एक पासे बाणी कहती जपो नूं, इत्थे आया जाप ताप ज्ञान का जिक्र किया, खट शास्त्र शब्द इत्थे अगे वरते, पर नहीं तुल राम नाम विचार जिन्ने मंत्र ने, क्योंकि कई तो चलो इनू मानते ही नहीं ना, मंत्र च शक्ति होंगी है, मनना पेगा। गुरु साहब ने एक लफ्ज वरते है कि जहरीला सप भी गारड़ी मंत्र नाल काबू आ जाता है। गुरमुख कोई गारड़ू तिन मलदल लाई पाए, पर जिहड़ा नाम है गुरमंत्र है मूल मंत्र है। मैं अर्ज करा इस मंत्र तो वड्डा कोई मंत्र नहीं सीख ली। जिस बंदे को मूल मंत्र गुरमंत्र गुरु दीक्षित राही प्राप्त होया गुरमत नाम, सच ए वे रब दे नाम दे तुल कुछ भी नहीं। मैं एक शब्द तुहानू सुना देना, चलो भी पूज सनाई हर हरे नानक नाम अतोल अमोल, इन कोई महसूस ना करो, क्योंकि जो सच्चाई है नामदेव जी का शब्द है जी, भैरो भूत शीतला धावै नहीं तुल राम नाम विचार, पूज सनाई हर हरे नानक नाम अमोल। मान लो किसी देवी देवते का मंत्र कोई जपदा है रटन करदा है, पर गुरु ग्रंथ साहब कहते ने देवी देवते दे मंत्र भी थले रह जाते हैं जिथे परमात्मा का नाम चला जाता। भैरो भूत शीतला धावै खर बाहन ओ शार उड़ावै, हाँ तो एक रमैया लै हूँ आन देव बदलावन दे हूँ, शिव शिव करते जो नर ध्यावै बरद चरै डोरू टमकावै, माँ माई की पूजा करे नर सै नार होए ओ तरै, तू कईयती आद भवानी मुक्त की बरिया कहाँ छपानी, गुरमत राम नाम गौ मीता राम नाम गौ मीता पूज सनाई हर हरे। देखो जी अर्ज करनी चाहन, कोई भैरो का मंत्र जप रहे, ये साडे बड़ा जी अजकल उत्थे इत्थे तो पता नहीं चलता, उत्थे तो टीवी ते सवेरे सवेरे बैठे होंगे भी तू आ मंत्र जप ली, आ कपड़े पा ली, आ कुछ कर ली। उत्थे जी एक बाबा जी वो तो लोगों के बैग वेख के दसी जाता, तू समोसा खादा कि नहीं, तू गोलगप्पे खा ठीक हो जाएगा, तू फलाने थां ते सच्ची मुच्ची लोग जानते। ये अज्ञानता पहला सी अज भी है अगां भी रहनी। ये इन्ना आधुनिक युग ते मैं कई बार सोचना जिस आधुनिक युग की गल करते हैं उस आधुनिक युग के वसीले राही भी अज्ञान जा रहा है। टीवी एक आधुनिक युग की काढ़ है ना, नैट ही है ना, असी कहने नैट चल पिया टीवी चल पिया, चेते रखियो अज्ञानता कहती जो मर्जी चल गया मैं इन्हां ते भी सवारी करके अगे चली जाऊंगी, अज्ञानता है। फिर बेनती करांगा जिदा कोई जप करता है, ये मंत्र का सुभाग है कि जिन्हों कोई जपदा है जे वो मुकम्मल पहुँच जाए तो वह रूप हो जाता है, जे ना पहुँचे तो वह असवारी बन जाता है। जो उत्थे देव मंत्र की फिलसफ है। सतगुरु कहते जो भैरो नूं जपेगा भूत बनूगा, शीतला नूं जपेगा खर बनूगा, शिव जी नूं जपेगा डौरू टमकावेगा, माई माई नूं जपेगा जे पहुँच जाएगा इस्तरी बन। इत्थे इस्तरी का अर्थ नीवापन नहीं लेना, यदा मतलब ये जैसा सेवे तैसा होए। पर गुरमत ने क्या, गुरमत राम नाम गौ मीता परनवै नामा इं कह गीता। गीता का ज्ञान भी कह रहा है कि प्रभु के नाम तो ऊपर कुछ भी नहीं। गुरु अर्जन साहब कहते हैं केड़े ग्रंथ पूछने चाहना है, सारे शास्त्र सारिया सिमरतियां फोल लिया, नाम तो ऊपर कुछ नहीं। जिमें असी पाठ करने पाठ पढ़ियो और वेद विचारियो, पूज सुनाई हर हरे पाठ पढ़ियो और वेद विचारियो, नेवल भुयंगम साधे पंच जना सो संग न छुटक्यो, अधक अंग बुद्ध बांधे प्यारे इन विद मिल न जाई, मैं किए कर्म अनेका हार पर्यो स्वामी कै द्वारे दीजै बुद्ध वेका। मोन भयो कर पाती रहो, चुप कर गया, कर पाती थाली नहीं वरती, कर पात्र अपने खत नूं ही भांडा बना के क्या रोटी ये टिका दो।
ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨਮਾਹੀ ਤਰ ਤੀਰ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜੈ ਬਸਿਓ ਸਿਰ ਕਰ ਵਤ ਤਰਾਏ ਮਨ ਕੀ ਮੈਲ ਨਾ ਉਤਰੈ ਇਹ ਵੀ ਜੇ ਲਖ ਜਤਨ ਕਰਾਏ ਕਨਕ ਕਾਮਨੀ ਹੈਵਰ ਗੈਵਰ ਕਨਕ ਦਾ ਅਰਥ ਸੋਨਾ ਕਾਮਨੀ ਦਾ ਅਰਥ ਇਸਤਰੀ ਹਾਥੀ ਘੋੜੇ ਸਭ ਕੁਝ ਦਾਨ ਕਰ ਦਿੱਤਾ ਕਨਕ ਕਾਮਨੀ ਖੈਬਰ ਗੈਵਰ ਬਹੁ ਬਿਦ ਦਾਨ ਦਤਾਰਾ ਅਨ ਬਸਤਰ ਭੂੰਬ ਅਰਪੈ ਨੈ ਮਿਲਿਐ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡੌਤ ਖਟ ਕਰਮਾ ਰਤ ਰਹਿਤਾ ਚੇਤੇ ਰੱਖਿਓ ਪੂਜਸ ਨਾਹੀ ਹਰ ਹਰੇ पूजा अर्चा बंधन डंडौत खट कर्मा रत रहता हाँ हो करत बंधन में परया न मिली है ये जुगता जोग सिद्ध आसन 84 ए पी कर कर रहा वड्डी आरजा फिर जन्मै हर स्यों संग न गया राज लीला राजन की रचना करया हुक्म अपारा चलो आप अष्टपदी पूरी पाठ कर लेने राज लीला राजन की रचना करया हुक्म अपारा सेज सोनी चंदन चोवा नरक घोर का द्वारा हे गुरु अर्जुन देव कृपा करो ये सारे तो तुसी धर्म दे कर्म गिन दिते वेद भी गिन दिते निवली कर्म भी कर दिते सब कुछ गिन दिता सब तो उत्तम की ते महाराज जी ने क्या पूज सुनाई हर हरे हर कीर्त साध संगत है सिर कर्मन कै कर्मा कहो नानक तिस भयो प्राप्त जिस पूर्व लिखे का लैना महाराज कहते सब तो उता प्रभ का सिमरन सब ते ऊंचा पूज सुनाई हर हरे वड्डा साहिब ऊंचा थाओ ऊंचे ऊपर ऊंचा नो सब तो ऊंचा ना धन गुरु नानक साहब करतारपुर बख्शिश कर रहे ने धर्मशाला च बैठे ने दो गुरसिख हजूर दे चरना च आए एक दा नाम है भाई मालो एक दा नाम है भाई मांगा भाई साहब ने लिखा मालो मांगा सिख दोए उन्हें शब्द वरते ने भाई मालो ते भाई मांगा गुरबाणी रस रसक बिलासी गुरबाणी दे रसीए दोने इकट्ठी बहिंदे ने ते चेते रखो सत संगत का अर्थ कुछ 2000 बंदा इकट्ठा करना नहीं सत संगत फुरने नाल भी बन सकती है सत संगत दो शरीरां नाल भी बन सकती है एक सिख दोए साध संग जे 5 इकट्ठे हो जान ते रब आ जाता पंजी परमेश्वर भाई साहब गुरदास जी वो की करते हैं दोनों कीर्तन बड़ा सोहना करते हैं पर एक कमाल की गल एक करता दूजा श्रोता बन के सुनता दूसरा कथा करता दूजा फिर श्रोता बन जाता दोवें बस वारी वारी एक कीर्तन सुनता दूजा करता एक कथा करता दूजा सुनता एक करतारपुर आए मालो मांगा सुख दोए गुरबाणी रस रसक बिलासी धन गुरु नानक साहब सच्चे पातशाह ये भाई गुरदास साहब की बाणी चो मैं बेनती कर रहा सिखां की भगत माल विच साखी दोनों आए महाराज जी के चरणों च बैठे पाठ कीर्तन सुन तो बाद सतगुरु जी नूं पुछदे ने दाता जी साडा उधार किवें होवे साडा पार उतारा किवें होवे गुरु नानक साहब एक बचन करते हैं कहते ने भाई मालो भाई मांगा सिख ने तामसी तप नहीं करने तामसी तप जी कहते उसन शीत च नहीं बहना उसन शीत का अर्थ समझ गए ना ठंडी गर्मी गर्मी के दिनों च धूनियां नहीं रमानियां शीत के दिनों च ठंडे पानी च नहीं बहना जल तारे नहीं करने नंगे पैर नहीं हट करना एवें भूम भरमन नहीं करना धरती का भरमन नहीं करना कहते ने बड़ी कठिन तपस्या है पर इसका फल नहीं चंगा मिलता सुनियो नाम किवें उच्चा ये तपस्या बड़ी कठिन है पर फल इन्ना नहीं मिलना भाई मालो हाथ जोड़ के कहता महाराज असी तो सुनिया है कि जिन्नी मेहनत करो उन्ना फल अभ्यास करो महाराज कहते नहीं कहते सतगुरु सुनने जिन्नी मेहनत करो उन्ना वध फल महाराज कहते नहीं नहीं इस तरह नहीं महाराज सानू समझ कहते नहीं मेहनत घट भी करो तो फल बहुत मिल जाता है उत्थे फिर सतगुरु नाम की गल करते हैं कि नाम कितना उच्चा है महाराज कहते हैं एक लकड़ा कट्टन वाला जंगल च जाता है भाई मालो भाई मांगा वो सारा दिन लकड़ा कटदा है
गठड़ियां बन्नण वाले गठा बन्नते ने, ते जिन्ने वेट विच वजन च वो लकड़ां दियां पंडां लिया के वेचदा, कदी ओहदे बराबर तोल के उन्होंने पैसे मिले ने? भाई मालो कहंदे ने, माला जी कहंदे नहीं महाराज जी, लकड़ां दे बराबर तरह पंडां आउंदियां ने, पर पैसे तां निक्की जी जेब च पै जांदे, लीर च कपड़े च बन के लै जांदे। सतगुरु कहंदे मेहनत किन्नी ते फल किन्ना मिलिया। कहंदे इस तो घट मेल ते लूण तेल वेचण। उमर हमारे करियाने की गल की, करियाना लूण तेल साबण वेचदा, लकड़ां की तरह योर तां नहीं लांदा ना कट्टण लग्गिया, पर उन्होंने मुनाफा लकड़ां वाले नूं ज़्यादा मिल जाता है, मेहनत लकड़ां वाले दी ज़्यादा है। तीसरा बचन क्या भाई सिखा, सोना वेचण वाला सुनार वीर, ओहदी मेहनत इन्नी मुशक्कत नहीं, पर चेते रखी मुनाफा वो लूण तेल वाले नालों वध ले जाता है। अखीर ते गल के कदे खीरियां दे व्यापारी देखे? कहते महाराज देखे। कहते ने खीरा किन्ना कुं हुंदा, छोटा जिहा, छोटे जिहे खीरे नूं तोल के देखो भार कोई ज्यादा नहीं, पर जदों खीरा विक जाता है तो घर रुपइयां नाल दौलत नाल भरे जाते ने। महाराज कहते ने खीरा छोटा है, खीरे वाले तो कपड़े भी नहीं मैले हुंदे, सीधा आया वेच दिता, किन्ना मुनाफा मिल गया। कहते महाराज वाकई सच, मेहनत तो करनी नहीं पई इहने, पर उहदे कोल तां ज्ञान है ना हीरे दी परख, समझे व्यापार दी। सतगुरु कहते बस गुरु के सिखो, कर्म कांड इस तरह है जिवें लकड़ां कट रहा है, कोई दुकान करी बैठा है लूण तेल दी, ते परमात्मा दा नाम इस तरह जिवें हीरे दा कोई व्यापार कर रहा है। थोड़ा छोटा हीरा विकेगा, किन्ना धन मिलेगा। इसे तरह गुरमुखो मेरी बेनती है, गुरु साहब कहते जिन्ने मर्जी ग्रंथ पढ़ ले, जिन्ने मर्जी शास्त्र पढ़ ले, पर चेते रखी नाम तो ऊपर कुछ भी नहीं। इसे करके बाबा जी ने बाणी च कहा कि सिमरत वेद पुराण पुकारन पोथियां, नाम बिना सब कूड़ गाली होछियां। क्या पढ़ी है, क्या गुनी है, क्या वेद पुराना सुनिए, पढ़े सुने क्या हुई, जिथे बख्शिश नहीं हुई अजे जो सहज ना मिले उस होई। अगे की है, हर का नाम ना, नाम उच्चा है ना। हुण पढ़िए गुनिया भी क्या, पर कहते हर का नाम ना जपस गा वारा, क्या सोचें बारंग बारा। गुरु साहब कहते पढ़ पढ़ गड्डी लदियां, पढ़ पढ़ भरियां साथ, पढ़ पढ़ बेड़ी पाइयां, पढ़ पढ़ गड्डियां खात, पढ़ियां जेते बरस बरस, पढ़ियां जेते मास, पढ़ियां जेती आरजा, पढ़ियां जेते सास, पूज सनाई खर हरे, नानक लेखै एक गल नाम, नानक लेखै एक गल होर खौमै, चखना चाक। गुरु अर्जुन साहब बचन करते ने, नाम सब तो उच्चा है। इसे करके इस अष्टपदी च बाकी सारा हुंदा है, नौखंड पृथ्वी फिरै चिर जीवै, माँ उदास तपीसर थीवै, वो सारे कर्म कांडां दा जिक्र पूज सुनाई आ रहा। इत्थे फिर कहते ने कि सोच करे दिन रात, मन की मैल न तन ते जास, इस देही को वो साधना करे। वो जेड़े जिन्ने बचन ने वो सारियां दा अर्थ है नाम दे तुल कुछ भी नहीं। मैं बेनती करांगा, अज कोई सुन लै, कल सुन लै। गुरु अर्जुन साहब तीसरे श्लोक च बख्शिश करते ने, बहु शास्त्र बहु सिमरती, पेखे सर्ब ढंढोल, सारे चंगी तरह पड़चोल ले ने। गुरु के सिखो पूज सनाई हर हरे, नानक नाम अमोल। नाम मुल नहीं मिलता। फिर ध्यान नाल सुनियो, मैं थोड़ा इत्थे जरूर रुकना चाहना। मुल नहीं मिलता, जे मुल मिलता हुंदा लोकां बलै करनी सी नाम दी। ये सच जे, पर अज लोकी वेचदे आ। गुरु साहब दे वेले भी इहो जिहा सी जी। एक गुरु ग्रंथ साहब च एक श्लोक है गुरु नानक साहब जी का, कहन लगे त्रिग तिना दा जीविया, जे लिख लिख वेचै नाउ। आ जिहड़े तबीज लिखते नहीं, वेचते सन वो धागे कर करके। महाराज कहते त्रिग है उन्हां लोकां दा जीना जिहड़े परमात्मा दा नाम लिख के वेचते हैं। उत्थे लफ्ज वरते जी, त्रिग तिना दा जीविया, जे लिख लिख वेचै नाउ, खेती जिनकी उजड़े खलवाड़े क्या थां। खलवाड़ा कहते सन पक्की हुई फसल जिते इकट्ठी की जाती सी। वो खलवाड़ा बनेगा जिथे फसल है।
ਇਹਨੂੰ ਮੈਂ ਅੱਜ ਦੇ ਸ਼ਬਦਾਂ 'ਚ, ਕਿਉਂਕਿ ਖਲਵਾੜੇ ਦੇ ਅਰਥ ਨਹੀਂ ਇੱਥੇ ਸਾਰਿਆਂ ਸਮਝ ਸਕਣੇ। ਖਲਵਾੜਾ ਜਿਵੇਂ ਮੰਨ ਲਓ ਝੋਨਾ ਪੱਕ ਗਿਆ, ਉਹਨੂੰ ਕੱਟ ਲਿਆ, ਉਹਦੀਆਂ ਛੋਟੀਆਂ ਛੋਟੀਆਂ ਪੂਲੀਆਂ ਗਠੜੀਆਂ ਬਣਾ ਦਿੱਤੀਆਂ, ਉਹ ਸਾਰੀਆਂ ਫਿਰ ਇੱਕ ਥਾਂ ਤੇ ਵ੍ਰਿਤਾਕਾਰ ਗੁਲਾਈ 'ਚ ਇਕੱਠੀਆਂ ਕਰਦੇ, ਉਹਨੂੰ ਖਲਵਾੜਾ ਕਹਿੰਦੇ ਸਨ। ਫਿਰ ਵਿੱਚ ਰੱਖ ਕੇ ਮਿੱਟੀ ਦੀ ਜਾਂ ਕੋਈ ਬਣਾ ਲੈਣੀ ਵੱਟ, ਜਾਂ ਕੋਈ ਲੱਕੜ ਜਾਂ ਡਰਮ ਰੱਖ ਕੇ ਉਹਦੇ ਉੱਤੇ ਕੁੱਟਦੇ ਨੇ, ਜਿਹੜਾ ਚਾਰ ਚੁਫੇਰੇ ਪਿਆ ਉਹਨੂੰ ਖਲਵਾੜਾ ਕਹਿੰਦੇ ਨੇ, ਜਿੱਥੇ ਪੱਕੀ ਹੋਈ ਫਸਲ ਇਕੱਠੀ। ਸਤਿਗੁਰੂ ਕਹਿੰਦੇ ਨੇ ਖਲਵਾੜੇ ਉਹਨਾਂ ਖੇਤਾਂ 'ਚ ਬਣਦੇ ਨੇ ਜਿਨ੍ਹਾਂ ਦੀ ਫਸਲ ਨਹੀਂ ਉਜੜਦੀ, ਤੇ ਜਿਨ੍ਹਾਂ ਦੀਆਂ ਫਸਲ ਹੀ ਉਜੜ ਗਈਆਂ ਉਹਨਾਂ ਦੇ ਖਲਵਾੜੇ ਕਿੱਥੇ ਬਣਨੇ ਨੇ, ਢੇਰ ਕਿੱਥੇ ਲੱਗਣੇ ਨੇ। ਤ੍ਰਿਗ ਤਿਨਾਂ ਦਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ, ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ। ਨਾਨਕ ਨਾਮ ਅਮੋਲ ਲੱਖ ਕਰੋੜੀ ਮੇਰਾ ਨਾ ਕੇ, ਲੱਖਾਂ ਕਰੋੜਾਂ ਨਾਲ ਕਹੀਏ ਨਾਮ ਮਿਲ ਜਾਏਗਾ। ਲੱਖ ਕਰੋੜੀ ਮਿਲੇ ਨਾ ਕੇ, ਜਿਸੈ ਪ੍ਰਾਪਤ ਤਿਸ ਹੀ ਦੇ। ਇਸੇ ਨੂੰ ਗੁਰੂ ਸਾਹਿਬ ਨੇ ਕਿਹਾ ਨਾਨਕ ਨਦਰੀ ਕਰਮੀ ਦਾਤ, ਨਾਮ ਉਹਦੀ ਬਖਸ਼ਿਸ਼ ਕਹਿ, ਨਾਮ ਉਹਦਾ ਕਰਮ ਕਹਿ, ਨਾਮ ਉਹਦੀ ਦਾਤ ਕਹਿ। ਸੱਚ ਐਵੇਂ ਨਾਮ ਮੁੱਲ ਨਹੀਂ ਮਿਲਦਾ। ਹਾਂ, ਜੇ ਮੁੱਲ ਦੀ ਗੱਲ ਕਰੀਏ, ਇੱਕ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਮਿਲਦਾ ਹੈ ਆਪਾ ਦੇ ਕੇ, ਰੁਪਈਏ ਦੇ ਕੇ ਨਹੀਂ ਮਿਲਦਾ। ਕੰਚਨ ਸਿਓ ਪਾਈਐ ਨਹੀਂ ਤੋਲ, ਮਨ ਦੇ ਪੈਸੇ ਨਹੀਂ, ਮਨ ਦੇ ਰਾਮ ਲਿਆ ਹੈ ਮੋਲ। ਗੁਰੂ ਅਰਜਨ ਸਾਹਿਬ ਜੀ ਨੇ ਫਰਮਾਇਆ ਸੰਮਨ ਜਾਓ ਉਸ ਪ੍ਰੇਮ ਕੀ ਦਮ ਕੋ ਹੋਤੀ ਸਾਟ। ਜੇ ਦਮੜਿਆਂ ਨਾਲ ਵੱਟਾ ਸੱਟਾ ਹੋਵੇ ਨਾਮ ਦਾ, ਦਮ ਕੋ ਹੋਤੀ ਸਾਟ, ਰਾਵਣ ਕੁੱਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਉਹ ਨਾਮ ਅਮੋਲ ਹੈ, ਉਹਦੀ ਕੋਈ ਕੀਮਤ ਨਹੀਂ, ਕੋਈ ਲਫ਼ਜ਼ ਹੀ ਨਹੀਂ ਉਹਦੇ ਲਈ ਕਿ ਕੀਮਤ ਪਾ ਸਕੀ। ਮਹਾਰਾਜ ਨੇ ਤਾਂ ਕਿਹਾ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹਿ ਲੋਕ ਵਿਲਾਏ। ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ। ਪਿਆਰਿਓ, ਸਿਰਫ ਆਪਾਂ ਪਾਠ ਕੀ ਭੇਟ ਕੀਤਿਆਂ ਉਹ ਨਾਮ ਮਿਲਦਾ। ਸਤਿਗੁਰੂ ਕਹਿ ਰਹੇ ਨੇ ਕਿ ਜਿੰਨੇ ਮਰਜੀ ਗ੍ਰੰਥ ਪੜ੍ਹ ਲਓ, ਅਖੀਰ ਤੇ ਤੱਤ ਇਹ ਆਉਣਾ ਕਿ ਨਾਮ ਜਪੋ, ਨਾਮ ਸਿਮਰੋ, ਨਾਮ ਨਾਲ ਜੁੜੋ, ਨਾਮ ਦੀ ਇਬਾਦਤ ਕਰੋ, ਕਿਉਂਕਿ ਇਸ ਦੇ ਤੁਲ ਕੁਛ ਵੀ ਨਹੀਂ। ਭਗਤ ਨਾਮਦੇਵ ਜੀ ਨੇ ਤਾਂ ਇੱਥੋਂ ਤੱਕ ਕਿਹਾ ਬਨਾਰਸੀ ਤਪ ਕਰੈ ਉਲਟ ਤੀਰਥ ਮਰੈ, ਅਗਨ ਦੈ ਕਾਇਆ ਕਲਪ ਕੀਜੈ, ਅਸਮੇਧ ਜਾਗ ਕੀਜੈ, ਸੋਨਾ ਗਰਭਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਪੂਜਸ ਨਹੀਂ ਹਰ ਹਰੇ, ਰਾਮ ਨਾਮ ਸਰ ਤਉ ਨਾ ਪੂਜੈ। ਛੋੜ ਛੋੜ ਰੇ ਪਖੰਡੀ ਮਨ, ਕਪਟ ਨਾ ਕੀਜੈ, ਹਰ ਕਾ ਨਾਮ ਨਿਤੰਤ ਚਲੀਜੈ। ਅਸਦਾਨ ਗਜਦਾਨ ਸੇਜਾ ਨਾਰੀ ਭੂਮਦਾਨ, ਐਸੋ ਦਾਨ ਨਿਤ ਨਿਤੈ ਕੀਜੈ। ਆਤਮ ਜੋ ਨਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤੋ ਨਾ ਪੂਜੈ। ਇਹ ਸਤਿਗੁਰੂ ਦਾ ਤੀਸਰਾ ਬਚਨ ਹੈ ਜੀ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੂਜ ਸਨਾਈ ਹਰ ਹਰੇ ਨਾਨਕ ਨਾਮ ਅਮੋਲ। ਤੀਸਰਾ, ਇਸ ਤੋਂ ਅੱਗੇ ਚੌਥਾ ਬਚਨ ਮਹਾਰਾਜ ਕੱਲ ਨੂੰ ਬਖਸ਼ਿਸ਼ ਕਰਨਗੇ। ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭੀ ਨਾਲ। ਜਿਨਨੇ ਤੈਨੂੰ ਪੈਦਾ ਕੀਤਾ ਹੈ, ਜਿਨਨੇ ਤੈਨੂੰ ਬਣਾਇਆ ਹੈ, ਜਿਨਨੇ ਕੀਤਾ ਉਹਨੂੰ ਚੇਤੇ ਕਰ। ਇੰਨੀਆਂ ਕੋਈ ਬੇਨਤੀਆਂ ਸਵੀਕਾਰ ਕਰਿਓ। ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ। ਸਾਧ ਸੰਗਤ ਜੀ,